ਆਪਾਂ ਦੇਖ ਰਹੇ ਸੀਗੇ ਰਹੂਬੀਆਮ। ਠੀਕ, ਇੱਕ ਵਿਅਕਤੀ ਦਾ ਨਾਮ ਆ ਰਹੂਬੀਆਮ। ਰਹੂਬੀਆਮ ਦੇ ਜੀਵਨ ਤੋਂ ਅਸੀਂ ਆਪਣੇ ਜੀਵਨ ਦੀਆਂ ਬਹੁਤ ਸਾਰੀਆਂ ਗੱਲਾਂ ਨੂੰ ਕੀ ਕਰ ਸਕਦੇ ਹਾਂ, ਦੇਖ ਸਕਦੇ ਹਾਂ। ਇੱਕ ਕਰੈਕਟਰ ਆ ਰਹੂਬੀਆਮ। ਰਹੂਬੀਆਮ ਦੇ ਵਿੱਚ ਆਪਾਂ ਮੁੱਖ ਵਿਚਾਰ ਕੀ ਕੀਤਾ ਸੀਗਾ, ਮੁੱਖ ਵਿਸ਼ਾ ਜਿਹੜਾ ਆਪਣਾ ਸੀਗਾ, ਟੌਪਿਕ ਸੀਗਾ, ਉਹ ਸੀਗਾ ਕਿ ਕੋਮਲ ਉੱਤਰ ਸੇ क्रोध क्या हो जाता है, शांत हो जाता है। ਨਰਮ ਜਵਾਬ ਦੇ ਨਾਲ क्रोध ਕੀ ਹੋ ਜਾਂਦਾ, ਠੰਡਾ ਹੋ ਜਾਂਦਾ, ਸ਼ਾਂਤ ਹੋ ਜਾਂਦਾ। ਹੁਣ ਮੰਨ ਲਓ ਭਾਗ ਅੰਕਲ ਆ, ਅੰਕਲ ਆਏ ਹੁਣ क्रोध ਦੇ ਵਿੱਚ, ਗਰਮ ਜੋਸ਼ ਦੇ ਵਿੱਚ, ਅਤੇ ਜੇ ਅੱਗੇੋਂ ਰਾਹੁਲ ਜੀ ਵੀ ਜੋਸ਼ ਵਿੱਚ ਹੀ ਬੋਲਣ ਤਾਂ क्रोध ਦੇ ਵਿੱਚ ਬੋਲਣ, क्रोध ਠੰਡਾ ਹੋ ਜਾਊਗਾ ਜਾਂ ਭੜਕ ਉੱਠੂਗਾ, ਭੜਕੂਗਾ ਨਾ। ਹੁਣ ਭਾਗ ਸਿੰਘ ਅੰਕਲ ਆਏ ਆ क्रोध ਵਿੱਚ, ਤਾਂ ਅੱਗੇ ਉਹ ਰਾਹੁਲ ਜੀ ਵੀ क्रोध ਵਿੱਚ ਆ, ਤਾਂ ਫੇਰ ਤਾਂ ਲੜਾਈ ਭੜਕਣੀ ਆ, क्रोध ਉੱਠਣਾ। ਪਰ ਜੇ ਅੰਕਲ क्रोध ਵਿੱਚ ਆ ਅਤੇ ਰਾਹੁਲ ਜੀ ਦਾ ਸ਼ਬਦ ਨਰਮਾਈ ਵਾਲਾ ਆ, ਫਿਰ क्रोध ਕੀ ਹੋ ਜਾਊਗਾ, ਸ਼ਾਂਤ ਹੋ ਜਾਊਗਾ। ਇਸ ਲਈ ਪ੍ਰਭੂ ਦਾ ਵਚਨ ਕੀ ਕਹਿ ਰਿਹਾ ਭਲਾ, ਕੋਮਲ ਉੱਤਰ ਸੇ क्रोध क्या हो जाता है, ਸ਼ਾਂਤ ਹੋ ਜਾता है। ਹੁਣ ਇਹ ਮਸੀਹਤ ਦੇ ਵਿੱਚ ਸਾਨੂੰ ਇਸ ਗੱਲ ਦਾ ਧਿਆਨ ਰੱਖਣਾ ਜ਼ਰੂਰੀ ਹੈ। ਸਾਨੂੰ ਪ੍ਰਭੂ ਦਾ ਵਚਨ ਇਹੀ ਸਿਖਾਉਂਦਾ, ਅਗਰ ਕੋਈ ਗਰਮ ਆ, ਚਾਹੇ ਸਾਡੇ ਪਰਿਵਾਰਾਂ ਦੇ ਵਿੱਚ, ਚਾਹੇ ਪਰਿਵਾਰਾਂ ਤੋਂ ਬਾਹਰ, ਸਾਡੇ ਨਾਲ ਕੋਈ ਵੀ ਅਗਰ क्रोध ਦੇ ਸ਼ਬਦਾਂ ਨਾਲ ਬੋਲਦਾ ਆ, ਕਠੋਰ ਸ਼ਬਦਾਂ ਨਾਲ ਬੋਲਦਾ, ਅਤੇ ਅਸੀਂ ਉਹਦੇ ਕੀ ਕਿੱਦਾਂ ਬੋਲਣਾ ਭਲਾ? ਹਾਂਜੀ, ਸਾਡਾ ਜਵਾਬ ਕਿੱਦਾਂ ਦਾ ਹੋਣਾ? ਸਾਡਾ ਜਵਾਬ ਅੱਗਿਓਂ ਨਰਮ ਹੋਣਾ। ਕਹੋਤਾ ਦੇ ਵਿੱਚ ਲਿਖਿਆ क्रोध ਭੜਕਾਉਣ ਦੇ ਨਾਲ ਕੀ ਉੱਠਦੀ ਹੈ, ਲੜਾਈ ਉੱਠਦੀ। ਬੋਲਣਾ ਤੁਸੀਂ ਨਹੀਂ ਬੋਲਿਆ ਤਾਂ ਫਿਰ ਮੁਰਗੇ ਬਣਾ ਦੂੰਗਾ, ਮੁਰਗੀਆਂ ਵੀ ਨਾਲ ਬਣਨਗੀਆਂ। ਫਿਰ ਇਹਨੇ ਦਾ ਜਵਾਬ ਦੇਣਾ। ਹਾਲੇਲੂਇਆ, ਹਾਲੇਲੂਇਆ। ਕਹੋਤਾ 'ਚ ਲਿਖਿਆ क्रोध ਭੜਕਾਉਣ ਨਾਲ ਕੀ ਆ, ਲੜਾਈ ਉੱਠਦੀ, ਅਤੇ ਨੱਕ ਮਰੋੜਾਂ ਨਾਲ ਕੀ ਨਿਕਲਦਾ ਭਲਾ, ਲਹੂ ਨਿਕਲਦਾ, ਅਤੇ ਦੁੱਧ ਰੜਕਣ ਦੇ ਨਾਲ ਮੱਖਣ। ਪਹਿਲੀ ਗੱਲ ਕੀ ਆ, क्रोध ਭੜਕਾਉਣ ਦੇ ਨਾਲ ਲੜਾਈ ਉੱਠਦੀ। ਹੁਣ ਅਸੀਂ ਪ੍ਰਭੂ ਦੇ ਵਚਨ 'ਚੋਂ ਇਸ ਗੱਲ ਨੂੰ ਦੇਖਣਾ ਕਿ ਜੇ ਕੋਈ क्रोध ਦੇ ਵਿੱਚ ਆ, ਅਤੇ ਅਸੀਂ ਵੀ ਉਹਦੇ ਨਾਲ ਉੱਦਾਂ ਹੀ ਪੇਸ਼ ਨਹੀਂ ਹੋਣਾ। ਇੱਕ ਮਸੀਹੀ ਵਿਅਕਤੀ ਜਿਹੜਾ ਪ੍ਰਭੂ ਦੇ ਪਿੱਛੇ ਚੱਲਦਾ, ਅਗਰ ਕੋਈ ਘਰ ਦੇ ਵਿੱਚ ਸਾਡੇ ਨਾਲ ਕੋਈ क्रोध ਦੇ ਵਿੱਚ ਆ, ਅਤੇ ਉਹਦੇ ਨਾਲ ਨਰਮਾਈ ਵਾਲੇ ਸ਼ਬਦਾਂ ਦੇ ਨਾਲ ਪੇਸ਼ ਹੋਣਾ। ਅਤੇ ਜੇ ਬਾਹਰ ਸਾਡੇ ਨਾਲ ਕੋਈ क्रोध ਦੇ ਵਿੱਚ ਆ, ਤਾਂ ਉਹਦੇ ਨਾਲ ਵੀ ਕਿੱਦਾਂ, ਨਰਮਾਈ ਦੇ ਨਾਲ ਕਰਕੇ ਦੇਖੋ, क्रोध ਕੀ ਹੋ ਜਾਂਦਾ ਭਲਾ, ਸ਼ਾਂਤ ਹੋ ਜਾਂਦਾ। ਪਰ ਸਾਡੀ ਆਦਤ ਕੀ ਹੈ, ਜੇ ਕੋਈ ਇੱਕ क्रोध ਵਿੱਚ ਆ ਘਰ 'ਚ, ਅਤੇ ਦੂਜੇ ਨੇ ਵੀ ਕੀ ਆ ਜਾਣਾ ਭਲਾ, ਅਤੇ ਪਿੱਛੇ ਹੀ ਆ ਦੋ ਵੀ ਕਿੱਧਰ ਆ ਜਾਣੀਆਂ ਭਲਾ, क्रोध 'ਚ, ਅਤੇ ਪਿੱਛੇ ਹੀ, ਤਾਂ ਫਿਰ क्रोध ਸ਼ਾਂਤ ਹੋਣਾ ਜਾਂ ਭੜਕ ਉੱਠਣਾ। ਇਸ ਲਈ ਹੁਣ ਜਦੋਂ ਆਹ ਗੱਲ ਨੂੰ ਆਪਾਂ ਸਿੱਖ ਲਿਆ ਕਿ ਕੋਮਲ ਉੱਤਰ ਸੇ क्रोध क्या हो जाता है, ਸ਼ਾਂਤ, ਫਿਰ ਅੱਜ ਤੋਂ ਬਾਅਦ ਇਹ ਗੱਲ ਨੂੰ ਹੁਣ ਤੁਸੀਂ ਪੱਲੇ ਬੰਨ੍ਹ ਲਓ। ਜੇ ਇੱਕ ਨੂੰ क्रोध ਚੜਿਆ ਤਾਂ ਦੂਸਰਾ ਕਿੱਦਾਂ ਗੱਲ ਕਰੇ ਉਹਦੇ ਨਾਲ, ਨਰਮ ਆਵਾਜ਼ ਦੇ ਨਾਲ, ਅਤੇ ਜਿਹੜਾ ਕਰੋਧੀ ਆ ਉਹ ਵੀ ਕੀ ਹੋ ਜਾਊਗਾ, ਸ਼ਾਂਤ ਹੋ ਜਾਊਗਾ। ਹੁਣ ਜੇ ਅੱਜ ਤੋਂ ਬਾਅਦ ਇੱਕ क्रोध 'ਚ ਜੇ ਤੁਸੀਂ ਵੀ क्रोध 'ਚ ਆ ਗਏ, ਤਾਂ ਇਹਦਾ ਮਤਲਬ ਤੁਸੀਂ ਪ੍ਰਭੂ ਦੇ ਵਚਨ ਨੂੰ ਆਪਣੇ ਪੈਰਾਂ ਥੱਲੇ ਕੀ ਕਰ ਰਹੇ ਹੋ ਭਲਾ, ਲਤਾੜ ਰਹੇ ਆ। ਵਚਨ ਦੀ ਅਨਾਗਿਆਕਾਰੀ, ਅਤੇ ਵਚਨ ਦੀ ਅਨਾਗਿਆਕਾਰੀ ਕਰਨ ਵਾਲਾ ਪਰਮੇਸ਼ਰ ਦੇ ਕੀ ਨਹੀਂ ਹੈ, ਯੋਗ ਨਹੀਂ ਹੈ। ਆਗਿਆਕਾਰੀ ਕਰਨ ਵਾਲਾ ਉਹਦਾ ਪੁੱਤਰ ਆ, ਅਨਾਗਿਆਕਾਰੀ ਕਰਨ ਵਾਲਾ ਉਹਦਾ ਕੀ ਨਹੀਂ ਹੈ, ਉਹਦਾ ਪੁੱਤਰ ਨਹੀਂ ਹੈ। ਅਨਾਗਿਆਕਾਰੀ ਸ਼ੈਤਾਨ ਦੇ ਪੁੱਤਰ ਆ ਉਹ। ਇਸ ਲਈ ਹੁਣ ਸਾਨੂੰ ਵਚਨ ਪਤਾ ਲੱਗ ਗਿਆ ਨਾ, ਜੇ ਕੋਈ क्रोध ਵਿੱਚ, ਤਾਂ ਮੇਰਾ ਜਵਾਬ ਕੀ ਹੋਣਾ ਅੱਗੇ ਭਲਾ, ਨਰਮ ਜਵਾਬ, ਅਤੇ क्रोध ਕੀ ਹੋ ਜਾਊਗਾ। ਤੁਸੀਂ ਜੇ ਅਗਲਾ क्रोध 'ਚ, ਤੁਸੀਂ ਜੇ क्रोध 'ਚ ਆ ਗਏ, ਤਾਂ ਤੁਸੀਂ ਪ੍ਰਭੂ ਦੇ ਵਚਨ ਨੂੰ ਕੀ ਕਰ ਦਿੱਤਾ, ਆਪਣੇ ਪੈਰ ਥੱਲੇ ਲਤਾੜਿਆ। ਇੰਨਾ ਕੁ ਬਹੁਤ ਹੈ ਨਾ, ਸਮਝ ਆ ਗਈ ਗੱਲ ਕਿ ਨਹੀਂ? ਚਲੀਏ, ਉਸ ਤੋਂ ਬਾਅਦ ਲਿਖਿਆ ਕਿ ਬੁੱਧੀਮਾਨ ਕੀ, ਹਾਂ, ਇਸ ਤੋਂ ਬਾਅਦ ਜਿਹੜਾ ਮੁੱਖ ਵਿਚਾਰ ਇਹ ਸੀਗਾ, ਕੋਮਲ ਉੱਤਰ ਸੇ क्रोध ਸ਼ਾਂਤ ਹੋ ਜਾਤਾ ਹੈ। ਇਸ ਤੋਂ ਅੱਗੇ ਲਿਖਿਆ ਪਰੰਤੂ ਕਟੂ ਵਚਨ ਸੇ क्रोध ਭੜਕ ਉੱਠਦਾ ਹੈ। ਕਠੋਰ ਸ਼ਬਦਾਂ ਦੇ ਨਾਲ क्रोध ਕੀ ਆ, ਭੜਕ ਉੱਠਦਾ। ਇਸ ਗੱਲ ਨੂੰ ਦੇਖ ਲਿਆ ਆਪਾਂ। ਫਿਰ ਲਿਖਿਆ ਬੁੱਧੀਮਾਨ ਕੇ ਜੀਵ ਗਿਆਨ ਕਾ ਉਚਿਤ ਬਿਆਨ ਕਰਤੀ ਹੈ। ਜਿਹੜਾ ਬੁੱਧੀਮਾਨ ਵਿਅਕਤੀ ਆ, ਉਹ ਹਮੇਸ਼ਾ ਗਿਆਨ ਦੀਆਂ ਉੱਚੀਆਂ ਗੱਲਾਂ ਕਰਦਾ। ਬੋਲਣ ਦਾ ਮਤਲਬ ਕੀ ਆ, ਦੂਸਰੇ ਦੀਆਂ ਉੱਨਤੀ ਦੀਆਂ ਗੱਲਾਂ ਕਰਦਾ ਬੁੱਧੀਮਾਨ ਵਿਅਕਤੀ। ਬੁੱਧੀਮਾਨ ਵਿਅਕਤੀ ਜ਼ਿਆਦਾ ਨਹੀਂ ਬੋਲਦਾ, ਉਹ ਕੀ ਰਹਿੰਦਾ ਭਲਾ, ਗੰਭੀਰ ਰਹਿੰਦਾ, ਆਵਾਗੋਨ ਨਹੀਂ ਬੋਲੂਗਾ ਉਹ। ਇੱਕ ਮਸੀਹੀ ਵਿਅਕਤੀ ਜਿਹੜਾ ਪ੍ਰਭੂ ਯਿਸੂ ਦੇ ਪਿੱਛੇ ਚੱਲਦਾ, ਕੀ ਨਹੀਂ ਕਰ ਸਕਦਾ ਭਲਾ, ਆਵਾਗੋਲ ਨਹੀਂ ਬੋਲੂਗਾ। ਇਹਨੇ ਉਦੋਂ ਹੀ ਬੋਲਣਾ ਜਦੋਂ ਕੋਈ ਗੱਲ ਆ ਬੋਲਣ ਵਾਲੀ, ਦੂਸਰਾ ਵਰਨਾ ਕੀ ਰਹਿੰਦਾ ਹੈ ਭਲਾ, ਇਹ ਸ਼ਾਂਤ। ਤਾਂ ਜੇ ਬੋਲੂਗਾ ਤਾਂ ਇਹਨੇ ਉਹੀ ਗੱਲ ਬੋਲਣੀ ਜਿਹਦੇ ਨਾਲ ਦੂਸਰੇ ਦੀ ਕੀ ਹੋਵੇ, ਉੱਨਤੀ ਹੋਵੇ। ਦੂਸਰਾ ਡਿੱਗਿਆ ਹੈ ਕੀ ਹੋ ਜਾਏ, ਉੱਠ ਜਾਏ। ਬੁੱਧੀਮਾਨ ਦੀ ਨਿਸ਼ਾਨੀ ਆ। ਅਤੇ ਅੱਜ ਮਸੀਹਤ ਦੇ ਵਿੱਚ ਕੀ ਹੁੰਦਾ, ਪ੍ਰਭੂ ਦੇ ਪਿੱਛੇ ਚੱਲਣ ਵਾਲੇ ਲੋਕ ਕੀ ਹੈ ਭਲਾ, ਬੇਫਜ਼ੂਲ ਬੋਲਦੇ, ਆਵਾਗੋਨ,
ਫਜ਼ੂਲ ਦੀਆਂ ਗੱਲਾਂ, ਸਾਰੇ ਜਹਾਨ ਦੀਆਂ ਗੱਲਾਂ ਇਹਨਾਂ ਦੇ ਕੋਲ ਆ। ਜੇ ਕਿਤੇ ਇਹਨਾਂ ਨੂੰ ਪ੍ਰਭੂ ਦੇ ਵਚਨ ਦੀ ਪੁੱਛ ਲਓ ਤੇ ਉਹ ਨਹੀਂ ਇਹਨਾਂ ਨੂੰ ਪਤਾ। ਫਜ਼ੂਲ ਗੱਲਾਂ ਸਾਰੀਆਂ ਪਤਾ, ਤੇ ਵਚਨ ਦੀਆਂ ਗੱਲਾਂ ਜਿਨ੍ਹਾਂ ਨੇ ਸਾਨੂੰ ਜੀਵਨ ਦੇਣਾ ਉਹ ਸਾਨੂੰ ਪਤਾ ਨਹੀਂ ਹੈ ਜੀ। ਸੰਸਾਰ ਦੀ ਜਿਹੜੀ ਮਰਜ਼ੀ ਗੱਲ ਪੁੱਛ ਲਓ। ਬੁੱਧੀਮਾਨ ਵਿਅਕਤੀ ਕਦੀ ਜ਼ਿਆਦਾ ਨਹੀਂ ਬੋਲਦਾ। ਜੇ ਬੋਲਦਾ ਹੈ ਤੇ ਕੀ ਬੋਲਦਾ ਭਲਾ? ਦੂਸਰੇ ਦੀ ਕਿਵੇਂ ਨਾ ਕਿਵੇਂ ਕੀ ਹੋ ਜਾਏ, ਉਨਤੀ ਹੋਵੇ। ਅੱਗੇ ਲਿਖਿਆ, ਪਰੰਤੂ ਮੂਰਖੋਂ ਕਾ ਮੂੰਹ ਮੂਰਖਤਾ ਹੀ ਉਗਲਤਾ ਹੈ। ਜਿਹੜਾ ਮੂਰਖ ਵਿਅਕਤੀ ਹੈ ਉਹ ਕੀ ਉਗਲਦਾ? ਮੂਰਖਤਾ ਹੀ ਉਗਲਦਾ। ਮੂਰਖ ਵਿਅਕਤੀ ਫਾਲਤੂ ਦੀਆਂ ਗੱਲਾਂ ਕਰਦਾ, ਜਿਹਦਾ ਨਾ ਮੂੰਹ ਆ ਤੇ ਨਾ ਕੀ ਹੈ, ਨਾ ਕੋਈ ਪਈ ਪਤਾ ਹੀ ਨਹੀਂ ਗੱਲ ਕਿਹੜੀ ਕਰਦਾ। ਗੱਲ ਕੋਈ ਹੋਰ ਚੱਲਦੀ ਹੁੰਦੀ ਤੇ ਵਿੱਚ ਲਿਆ ਕੇ ਐਸਐਮਸੀ ਦੀ ਗੱਲ ਰੱਖ ਦੂਗਾ ਮੂਰਖ ਵਿਅਕਤੀ, ਜਿੱਥੇ ਕੋਈ ਤੁੱਕ ਵੀ ਨਹੀਂ ਬਣਦਾ। ਗੱਲ ਲੁਧਿਆਣੇ ਦੀਆਂ ਤੇ ਕਿੱਥੇ ਪਹੁੰਚ ਜਾਂਦਾ ਬਣਾ? ਅੰਮ੍ਰਿਤਸਰ ਪਹੁੰਚ ਜਾਂਦਾ। ਮੂਰਖ ਵਿਅਕਤੀ ਬੇਫਜ਼ੂਲ ਬੋਲਦਾ ਹੈ ਔਰ ਜ਼ਿਆਦਾ ਬੋਲਦਾ। ਆਵਾਗੌਣ ਵਚਨ 'ਚ ਕੀ ਲਿਖਿਆ ਆ? ਮਸੀਹੀ ਵਿਅਕਤੀ ਕੀ ਹੋਣਾ ਭਲਾ? ਇਹ ਗੰਭੀਰ ਰਹਿਣਾ ਇਹਨੇ। ਤੇ ਗੰਭੀਰਤਾ ਹੀ ਤਾਂ ਅੱਜ ਮਸੀਹਤ ਦੇ ਵਿੱਚ ਕੀ ਨਹੀਂ ਹੈ, ਸਾਨੂੰ ਲੱਭਦੀ ਹੀ ਨਹੀਂ। ਜਿੱਥੇ 2 ਜਾਂ 4 ਬਹਿ ਗਏ ਉੱਥੇ ਕੀ ਹੈ ਭਲਾ? ਪਰ ਪ੍ਰਭੂ ਦੇ ਵਚਨ 'ਚ ਲਿਖਿਆ ਨਾ, ਜਿੱਥੇ 2 ਜਾਂ 3 ਮੇਰੇ ਨਾਮ 'ਚ ਕੀ ਹੈ ਜੀ, ਇੱਕ ਮਨ ਹੋ ਕੇ ਇਕੱਠੇ, ਉੱਥੇ ਮੈਂ ਕੀ ਹਾਂ। ਤੇ ਅੱਜ ਮਸੀਹੀ ਜਿੱਥੇ 2 ਜਾਂ 3 ਬਹਿ ਜਾਂਦੇ ਉੱਥੇ ਕੀ ਆ? ਉੱਥੇ ਵਿੱਚ ਚੁਗਲੀਆਂ ਦਾ ਕੀ ਹੋ ਜਾਂਦਾ ਭਲਾ? ਦੌਰ ਸ਼ੁਰੂ ਹੋ ਜਾਂਦਾ। ਉੱਥੇ ਉਹ ਜਹਾਨ ਦੀਆਂ ਫਜ਼ੂਲ ਗੱਲਾਂ ਕਰਦੇ ਜਿਨ੍ਹਾਂ ਦਾ ਸਾਡੀ ਕੋਈ ਵੀ ਕੀ ਨਹੀਂ ਹੋ ਸਕਦੀ, ਉਨਤੀ ਨਹੀਂ। ਫਜ਼ੂਲ ਗੱਲਾਂ। ਇਸ ਲਈ ਮੂਰਖ ਵਿਅਕਤੀ ਕੀ ਆ? ਮੂਰਖਤਾ ਦੀਆਂ ਗੱਲਾਂ ਹੀ ਕੀ ਆ ਆਪਣੇ ਮੂੰਹ 'ਚੋਂ ਉਗਲਦਾ। ਫਜ਼ੂਲ, ਜਿਨ੍ਹਾਂ ਦਾ ਸਾਡੀ ਆਤਮਾ ਦੇ ਨਾਲ ਕੋਈ ਵੀ ਕੀ ਨਹੀਂ ਆ, ਤਾਲੁਕਾਤ ਨਹੀਂ ਆ। ਸਾਡੇ ਹਮੇਸ਼ਾ ਦੇ ਜੀਵਨ ਦੇ ਨਾਲ ਜਿਨ੍ਹਾਂ ਦਾ ਕੋਈ ਵੀ ਯਕੀਨੀ ਨਾਤਾ ਨਹੀਂ। ਹੁਣ ਅੱਗੇ ਵਧਣ ਜਾ ਰਹੇ ਹਾਂ। ਹੁਣ ਆ ਗਈ ਭੂਮਿਕਾ। ਇਹ ਆਪਾਂ ਸੰਡੇ ਸਕੂਲ ਦੇ ਵਿੱਚੋਂ ਦੇਖ ਰਹੇ ਰਹੂਬੀਆਮ ਦੇ ਕਰੈਕਟਰ ਨੂੰ। ਹੁਣ ਆ ਗਈ ਭੂਮਿਕਾ। ਹੁਣ ਰਹੂਬੀਆਮ ਦੇ ਬਾਰੇ ਦੇਖਣ ਜਾ ਰਹੇ। ਰਹੂਬੀਆਮ ਕੌਣ ਆ? ਰਹੂਬੀਆਮ महान राजा सुलेमान का क्या था? पुत्र था। किहदा पुत्र है? महान राजा सुलेमान का पुत्र है रहूबियाम। लेकिन उसके हालात कुछ ऐसे थे जिनमें वह एक अच्छे राजा के रूप में परमेश्वर का भय मानते हुए विकास नहीं कर सकता था। हुण की आ रहूबियाम? हालात इदां दे आ, एक अच्छा राजा आ और परमेश्वर का की रखदा? हाँ जी, मैनूं पता। अच्छा राजा और परमेश्वर का की आ? भै रखदा, पर की नहीं कर सकिया? विकास नहीं कर सकिया। ਅਸੀਂ ਰਹੂਬੀਆਮ ਦੇ ਜੀਵਨ ਤੋਂ ਦੇਖਣਾ ਨਾ ਆਪਣੇ ਜੀਵਨ ਦੀਆਂ ਘਟਨਾਵਾਂ ਨੂੰ, ਉਹ ਕਿਹੜੀ ਗੱਲ ਆ? ਰਹੂਬੀਆਮ ਦੇ ਜੀਵਨ ਤੋਂ ਅਸੀਂ ਦੇਖਣਾ। ਹੁਣ ਰਹੂਬੀਆਮ ਅੱਛਾ ਰਾਜਾ ਆ, ਪਰਮੇਸ਼ਰ ਦਾ ਭੈ ਮੰਨਣ ਵਾਲਾ ਵੀ ਆ, ਪਰ ਕੀ ਨਹੀਂ ਕਰ ਸਕਿਆ? ਵਿਕਾਸ ਨਹੀਂ ਹੁੰਦਾ। ਇਸੇ ਤਰੀਕੇ ਨਾਲ ਅੱਜ ਸਾਡੀ ਹਾਲਤ ਵੀ ਹੋ ਗਈ, ਇੱਕ ਵਿਸ਼ਵਾਸੀ ਦੀ ਹਾਲਤ ਵੀ। ਚੰਗਾ ਵਿਸ਼ਵਾਸੀ ਆ ਉਹ, ਪਰਮੇਸ਼ਰ ਦਾ ਕੀ ਰੱਖਦਾ ਭਲਾ? ਭੈ ਵੀ ਰੱਖਦਾ, ਪਰ ਆਤਮਾ 'ਚ ਕੀ ਨਹੀਂ ਹੋ ਰਹੀ ਇਹਦੀ? ਰਹੂਬੀਆਮ ਦੀ ਗੱਲ ਕਰਦੇ ਹਾਂ। ਕਰੈਕਟਰ ਰਹੂਬੀਆਮ ਨਾ। ਸੁਲੇਮਾਨ ਤਾਂ ਸਿਰਫ ਉਹਦਾ ਕੀ ਆ? ਉਹਦਾ ਪਿਤਾ ਆ, ਪਰ ਸਿੱਖ ਕਿਹਨੂੰ ਰਹੇ ਆਪਾਂ? ਰਹੂਬੀਆਮ। ਹੁਣ ਰਹੂਬੀਆਮ ਅੱਛਾ ਰਾਜਾ ਆ ਔਰ ਪਰਮੇਸ਼ਰ ਦਾ ਕੀ ਰੱਖਦਾ? ਭੈ ਰੱਖਦਾ, ਪਰ ਕੀ ਨਹੀਂ ਕਰ ਸਕਿਆ? ਵਿਕਾਸ ਨਹੀਂ। ਸੇਮ ਹਾਲਤ ਸਾਡੀ ਆ ਮਸੀਹੀ ਵਿਅਕਤੀ ਦੀ। ਚੰਗਾ ਵਿਸ਼ਵਾਸੀ ਆ, ਪਰਮੇਸ਼ਰ ਦਾ ਕੀ ਰੱਖਦਾ ਏ? ਭੈ ਵੀ ਰੱਖਦਾ, ਪਰ ਕੀ ਨਹੀਂ ਆ? ਇਹਦੀ ਆਤਮਾ 'ਚ ਕੀ ਨਹੀਂ ਹੋ ਪਾ ਰਹੀ? ਉન્નਤੀ ਨਹੀਂ ਹੁੰਦੀ। ਹੁਣ ਆਤਮਾ 'ਚ ਉન્નਤੀ ਨਹੀਂ ਹੋ ਰਹੀ, ਇਹਦਾ ਕਾਰਨ ਇਹ ਨਹੀਂ ਕਿ ਸੇਵਕ 'ਚ ਕੀ ਹੈ, ਕੁਛ ਸੇਵਕ 'ਚ ਕੁਛ ਗਲਤੀ ਹੈ, ਦਾਸ 'ਚ ਗਲਤੀ ਨਹੀਂ ਹੈ। ਕਿਉਂਕਿ ਆਤਮਾ 'ਚ ਉન્નਤੀ ਨਹੀਂ ਹੋ ਰਹੀ ਹੈ ਤੇ ਦਾਸ ਦਾ ਇਹ 'ਚ ਕੋਈ ਕਸੂਰ ਨਹੀਂ ਹੈ। ਕਾਰਨ ਕਿਉਂਕਿ ਇਹ ਜਿਹੜਾ ਵਚਨ ਅਸੀਂ ਸੁਣ ਰਹੇ, ਜਿਹਨੂੰ ਸਿੱਖ ਰਹੇ, ਇਹ ਦਾਸ ਦਾ ਵਚਨ ਨਹੀਂ ਹੈ। ਕਿਹਦਾ ਵਚਨ ਬਣਾ? ਇਹ ਪਰਮੇਸ਼ਰ ਦਾ ਵਚਨ ਹੈ। ਤੇ ਪਰਮੇਸ਼ਰ ਦਾ ਵਚਨ ਕਮਜ਼ੋਰ ਆ? ਨਹੀਂ, ਕਮਜ਼ੋਰ ਹੈ ਨਾ, ਤਾਂ ਹੀ ਨਹੀਂ ਕੀ ਕਰਦਾ? ਸਾਡੇ ਜੀਵਨ 'ਚ ਕੰਮ ਕਰਦਾ। ਮੈਂ ਇਸ ਵਚਨ ਨੂੰ ਲੈਂਦਾ ਕਿੱਦਾਂ? ਵਚਨ ਸੁਣਦੇ ਵੇਲੇ, ਵਚਨ ਸਿੱਖਦੇ ਵੇਲੇ ਮੇਰੀ ਭਾਵਨਾ ਕੀ ਹੈ? ਮੈਂ ਕਿੱਦਾਂ ਦਾ ਆਪਣੇ ਆਪ ਨੂੰ, ਆਪਣੇ ਮਨ ਨੂੰ ਬਣਾ ਕੇ ਇਹਨੂੰ ਲੈ ਰਿਹਾ ਵਚਨ ਨੂੰ? ਉਹ ਕੌਣ ਦੇਖਦਾ ਭਲਾ? ਕੌਣ ਜਾਂਚਦਾ? ਪਰਮੇਸ਼ਰ ਜਾਂਚਦਾ। ਕਿਉਂਕਿ ਉਹ ਦਿਲਾਂ ਔਰ ਗੁਰਦਿਆਂ ਨੂੰ ਕੌਣ ਆ ਭਲਾ? ਜਾਂਚਣ ਵਾਲਾ ਪਰਮੇਸ਼ਰ ਆ। ਉन्नति ਨਹੀਂ ਆ ਆਤਮਾ 'ਚ। ਅੱਛੇ ਵਿਸ਼ਵਾਸੀ ਆ, ਪਰਮੇਸ਼ਰ ਦਾ ਕੀ ਰੱਖਦੇ ਆ? ਭੈ ਵੀ ਰੱਖਦੇ, ਪਰ ਆਤਮਾ 'ਚ ਇਹਨਾਂ ਦੇ ਕੀ ਨਹੀਂ ਹੋ ਪਾ ਰਹੀ? ਉन्नति ਨਹੀਂ। ਪੰਗਾ ਆ ਕੁਛ। ਆਹੀ ਹਾਲਤ
ਆਤਮਾ 'ਚ ਉਨਤੀ ਨਾ ਹੋਣ ਦੇ ਕਾਰਨ ਵਿਸ਼ਵਾਸੀ ਲੋਕ ਕੀ ਬਣ ਗਏ ਭਲਾ? ਅੱਜ ਬੋਣੇ। ਜਿੱਦਾਂ ਆਪਾਂ ਬੋਣਿਆਂ ਨੂੰ ਦੇਖ ਕੇ ਹੱਸਦੇ ਨੇ ਨਾ ਕਈ ਵਾਰ, ਜਦੋਂ ਕੋਈ ਬੋਣਾ ਜਾਂਦਾ ਹੁੰਦਾ ਮਧਰਾਈ ਆ, ਤੇ ਆਪਣੇ ਵਰਗੇ ਕੀ ਹੋਣ ਲੱਗ ਪੈਂਦੇ ਭਲਾ? ਹੱਸਣ ਲੱਗ ਪੈਂਦੇ ਬੋਣਾ ਦੇਖ ਕੇ। ਇਸੇ ਤਰੀਕੇ ਨਾਲ ਸ਼ੈਤਾਨ ਔਰ ਸ਼ੈਤਾਨ ਦੀ ਫੌਜ ਸਾਨੂੰ ਵੀ ਦੇਖ ਕੇ ਕੀ ਹੈ ਭਲਾ? ਹੱਸਦੀ। ਉਹ ਦੇਖੋ ਬੋਣੇ ਵਿਸ਼ਵਾਸੀ, ਬੋਣੇ ਮਸੀਹੀ, ਕਿਉਂਕਿ ਆਤਮਾ 'ਚ ਕੀ ਨਹੀਂ ਇਹਨਾਂ ਦੀ? ਉਨਤੀ। ਚੰਗੇ ਵਿਸ਼ਵਾਸੀ ਆ, ਪਰਮੇਸ਼ਰ ਦਾ ਕੀ ਰੱਖਦੇ ਭਲਾ? ਭੈ ਵੀ ਰੱਖਦੇ, ਪਰ ਆਤਮਾ 'ਚ ਕੀ ਨਹੀਂ ਇਹਨਾਂ ਦੀ? ਉਨਤੀ ਨਹੀਂ ਹੈ। ਆਪਣੇ ਜੀਵਨ 'ਚ ਝਾਤੀ ਮਾਰੋ, ਜਦੋਂ ਦਾ ਮੈਂ ਪ੍ਰਭੂ ਨੂੰ ਗ੍ਰਹਿਣ ਕੀਤਾ ਉਦੋਂ ਤੋਂ ਲੈ ਕੇ ਹੁਣ ਤੱਕ ਮੇਰੇ ਜੀਵਨ 'ਚ ਉਨਤੀ ਕੀ ਹੈ? ਆਤਮਾ 'ਚ ਮੈਂ ਕਿੰਨਾ ਵੱਧ ਗਿਆ? ਕੀ ਬਦਲਾਵ ਆ? ਧਿਆਨ ਕਰੋ। ਜਿੰਨਾ ਬਦਲਾਵ ਹੋਣਾ ਚਾਹੀਦਾ ਸੀ ਉਹਨਾਂ ਕੀ ਨਹੀਂ ਹੋਇਆ? ਹਜੇ ਤੱਕ ਬਦਲਾਵ ਨਹੀਂ ਹੋਇਆ। ਹੁਣ ਕਸੂਰ ਕਿਹਦਾ ਨਹੀਂ ਆ? ਪ੍ਰਭੂ ਦੇ ਦਾਸ ਦਾ ਕੀ ਨਹੀਂ ਹੈ? ਇਹ 'ਚ ਕਸੂਰ ਨਹੀਂ ਹੈ, ਕਿਉਂਕਿ ਦਾਸ ਦਾ ਵਚਨ ਨਹੀਂ ਹੈ ਇਹ। ਕਿਹਦਾ ਵਚਨ ਹੈ ਭਲਾ? ਸਰਵ ਸ਼ਕਤੀਮਾਨ ਪਰਮੇਸ਼ਰ ਦਾ ਵਚਨ। ਵਚਨ 'ਚ ਗਲਤੀ ਨਹੀਂ ਹੈ। ਕਮੀ ਕਿਹ 'ਚ ਭਲਾ? ਕਮੀ ਸਾਡੇ 'ਚ। ਮੈਂ ਇਹਨੂੰ ਕਿੱਦਾਂ ਗ੍ਰਹਿਣ ਕਰਦਾ? ਵਚਨ ਦੇ ਪ੍ਰਤੀ ਗੰਭੀਰ ਨਹੀਂ ਹੁੰਦੇ ਅਸੀਂ, ਹੋਰ ਸਾਰੀਆਂ ਗੱਲਾਂ ਨਹੀਂ ਅਸੀਂ ਕੀ ਕੰਮ ਨਹੀਂ। ਯਾਦ ਰੱਖਣਾ, ਤੁਸੀਂ ਵਚਨ ਨੂੰ ਲੈਂਦੇ ਕਿੱਦਾਂ ਆ, ਇਹ ਆ ਤੁਹਾਡਾ ਕੰਮ, ਇਹ ਤੁਸੀਂ ਦੇਖਣਾ। ਹੁਣ ਅੱਗੇ ਕੀ ਆ? हाँ, विकास नहीं कर सकता था और ध्यान न सुनना, और जो अनुकूल अवसर परमेश्वर ने उसे दिया था उसका लाभ वह उठा पाता, अंत में वह असफल सिद्ध हुआ। परमेश्वर ने रहूबियाम नूं मौका दिता और रहूबियाम ने मौके का की उठाया भला? लाभ भी उठाया, पर की नहीं होया? सफल नहीं होया, असफल सिद्ध होया। हालेलुया। मैं फिर बोलने लगा की होया भला? परमेश्वर ने रहूबियाम नूं मौका दिता, रहूबियाम ने मौके का की उठाया जी? लाभ भी उठाया, पर की नहीं होया? सफल नहीं होया, असफल सिद्ध होया। इसे तरीके नाल अज विश्वासी लोगों की मसीही व्यक्ति की हालत है। इनू मौका मिलता है संगति का, तो संगति भी करता, मतलब मौका मिलता है, संगति भी करता, संगति का लाभ उठा रहा है, पर की हो रहा भला? सफल नहीं होंदा, असफल सिद्ध हो रहा है। मौका परमेश्वर दिंदा। आ हुण तुहाडे घर 'च तुहानूं की मिलिया? संगति का मौका ना, ते तुसीं संगति 'च बैठ के इहदा की उठा रहे? मौके का लाभ भी उठा रहे, पर की नहीं हो रहे? सफल नहीं हो रहे, असफल सिद्ध हो रहे। तुसीं ਉਹਦਾ ਕਾਰਨ ਹੁਣ ਜੇ ਮੈਂ ਵਚਨ ਬੋਲ ਕੇ ਜਾ ਰਿਹਾ ਤੇ ਜਦੋਂ ਮੈਂ ਅਗਲੀ ਵਾਰ ਆ ਕੇ ਪੁੱਛਣਾ ਤੁਹਾਨੂੰ ਵਚਨ ਕੀ ਨਹੀਂ ਹੋਣਾ, ਇਹਦਾ ਮਤਲਬ ਕੀ ਨਹੀਂ ਹੈ? असफल सिद्ध हो रहे ਤੁਸੀਂ। शैतान आया और अपना वचन का बीज चुरा के गया, क्योंकि तुसी की नहीं की? इस वचन लिए बैठ के प्रार्थना नहीं की। सुन तो लिया, सुन के हुण बड़ा स्वाद आता होगा वचन का, पर की नहीं करते इनू? फिर ये लिए प्रार्थना नहीं करते, प्रभु ये वचन मेरे जीवन च की पकड़े, जड़ पकड़े। रहूबियाम भी की आ? मौका मिलिया, मौके का लाभ उठाया, पर की होया? असफल सिद्ध होया। अज दे विश्वासी मसीही व्यक्ति का हाल है, मौका भी मिल रहा, मौके का लाभ भी उठाता, पर की हो रहा भला? असफल सिद्ध हो रहा है, सफल नहीं हो पा रहा। समझे कि? तो सफल किद्दां होना? सफल किद्दां होवांगे जी? सफल किद्दां होवांगे दसो? वचन के प्रति जो मैं की होऊंगा भला? गंभीर हो। मैं एक उदाहरण देना। साडे ही कलीसिया, अपनी कलीसिया में एक विश्वासी भैन आ, पिछले दिनों तो 10-15 दिन तो बीमार चल रहे हो, ऐतवार संगति च नहीं आए हो, तो मैं उन्होंने फोन करके पूछा कि दीदी तुसीं संगति च नहीं पहुँचे? कहते भाई तुहानूं पता ही है, बैठना भी की है भला? बैठना भी बड़ा मुश्किल है। तो मैं उन्होंने कहा, मैं दीदी मैं तुहानूं किदन ये वचन सिखाया कि जदों शरीर च कोई समस्या है तुसीं घर बह जिओ। साडे वचन का उपदेश का फाउंडेशन, वचन का बेस ही यह है। हर परिस्थिति च किधर होना? मैं प्रभु के चरणों च होना। मैं तुहानूं किदन असीं ये वचन सिखाया सी? कहते सॉरी भाजी, ये सॉरी शब्द भी पंज स्पैलिंग का शब्द आ। SOLR भाई ये कह के असीं जान की कर लेने भला? छुड़ा लेने। लेकिन परमेश्वर की है? परमेश्वर ने आई है। तुहाडे सोरियां दे नाल की नहीं होनी भला? गल नहीं चलनी। सानूं बल मिलदा क्यों नहीं है? क्योंकि असी की ढेरी ढा के बह जाने। जदों कोई जीवन च परिस्थिति या कोई हालात आ, कोई दुख परेशानी आ, बल कदों आना? जदों इस हालात च भी मैं उहदे की हो गया भला? चरनां च बह गया।
ਸ਼ਦਰਕ ਮੇਸ਼ਕ ਅਬੇਦਨਗੋ ਨੂੰ ਅੱਗ ਦੀ ਭੱਠੀ 'ਚ ਕਿਉਂ ਪਰਮੇਸ਼ਰ ਨੇ ਬਚਾਇਆ? ਕਿਉਂਕਿ ਉਹ ਅੱਗ ਦੀ ਭੱਠੀ 'ਚ ਕੀ ਹੋਏ ਭਲਾ ਗਏ ਆ। ਦਾਨੀਅਲ ਨੂੰ ਸ਼ੇਰਾਂ ਦੇ ਘੁਰਨੇ 'ਚ ਕਿਉਂ ਬਚਾ ਲਿਆ? ਕਿਉਂਕਿ ਦਾਨੀਅਲ ਸ਼ੇਰਾਂ ਦੇ ਘੁਰਨੇ 'ਚ ਕੀ ਆ, ਤੇ ਜੇ ਦਾਨੀਅਲ ਬਾਹਰੇ ਰੌਲਾ ਪਾਉਣ ਲੱਗ ਪੈਂਦਾ, ਮੈਂ ਨਹੀਂ ਜਾਣਾ। ਸ਼ਦਰਕ ਮੇਸ਼ਕ ਅਬੇਦਨਗੋ ਵੀ ਅੱਗ ਨੂੰ ਦੇਖ ਕੇ ਟੱਪਦੇ ਵੀ ਸਾਡਾ ਮੁਸ਼ਕਿਲ ਆ ਜੀ, ਅਸੀਂ ਨਹੀਂ ਜਾ ਸਕਦੇ, ਡਰ ਜਾਂਦੇ। ਤੇ ਪਰਮੇਸ਼ਰ ਹੁੰਦਾ ਕਦੀ ਨਾ ਹੁੰਦਾ। ਉਹ ਉਸ ਪਰਿਸਥਿਤੀ 'ਚ ਗਏ ਆ ਤੇ ਪਰਮੇਸ਼ਰ ਨੇ ਕੀ ਦਿੱਤਾ ਉਹਨਾਂ ਨੂੰ? ਬਲ ਦਿੱਤਾ। ਸਾਨੂੰ ਬਲ ਮਿਲਦਾ ਨਹੀਂ, ਕਿਉਂ? ਕਿਉਂਕਿ ਅਸੀਂ ਕੀ ਕਰਦੇ ਭਲਾ? ਅਸੀਂ ਗੰਭੀਰ ਨੇ, ਅਸੀਂ ਸਮਝੌਤਾ ਕਰ ਜਾਂਦੇ ਤੇ ਬਾਅਦ ਵਿੱਚ ਅਸੀਂ ਕੀ ਕਹਿੰਦੇ? ਸਾਨੂੰ ਕੀ ਨਹੀਂ ਮਿਲਦਾ ਜੀ? ਸਾਨੂੰ ਬਲ ਨਹੀਂ ਮਿਲਦਾ। ਹੁਣ ਗਲਤੀ ਕਿਹਦੀ ਆ? ਗਲਤੀ ਸਾਡੀ ਹੈ। ਬਲ ਮਿਲਣਾ ਕਦੋਂ ਮਿਲਣਾ ਭਲਾ? ਜਦੋਂ ਹਰ ਪਰਿਸਥਿਤੀ 'ਚ, ਕੈਸੀ ਵੀ ਪਰਿਸਥਿਤੀ, ਵਚਨ ਤੇ ਇਹੀ ਸਿਖਾਇਆ ਸੀ ਅਜੇ ਤੱਕ। ਕੈਸਾ ਵੀ ਮਾਹੌਲ ਆ, ਕਿੱਧਰ ਪਹੁੰਚਣਾ? ਉਹਦੇ ਚਰਨਾਂ 'ਚ ਬੈਠਣਾ ਆ ਤੁਸੀਂ। ਮੰਨ ਲਓ ਤੁਸੀਂ ਵਚਨ ਪੜ੍ਹਦੇ, ਪ੍ਰਾਰਥਨਾ ਕਰਦੇ, ਆਰਾਧਨਾ ਕਰਦੇ, ਤੁਹਾਨੂੰ ਕੋਈ ਸਮੱਸਿਆ ਆ, ਕੋਈ ਪਰੇਸ਼ਾਨੀ ਆ, ਤੇ ਤੁਸੀਂ ਅੱਜ ਵਚਨ ਨਹੀਂ ਪੜ੍ਹ ਰਹੇ, ਪ੍ਰਾਰਥਨਾ ਨਹੀਂ ਕਰਦੇ, ਇੱਦਾਂ ਹੀ ਸੋ ਗਏ ਆ, ਤੁਹਾਨੂੰ ਪ੍ਰਭੂ ਬਲ ਦੇ ਦੂਗਾ? ਤੇ ਬਲ ਦੀ ਆਸ ਰੱਖੋਗੇ? ਤੇ ਫਿਰ ਇਹ ਵੀ ਆਸ ਨਾ ਰੱਖਿਓ ਯਿਸੂ ਆਊਗਾ ਤੇ ਮੈਨੂੰ ਕੀ ਆ? ਬਦਲਾਂ 'ਚ ਉਠਾ ਕੇ ਲੈ ਜਾਊਗਾ। ਹਲਕਾ ਨਹੀਂ ਆ ਉਹ, ਜਿਹੜਾ ਸਾਨੂੰ ਕੀ ਆ? ਸਾਨੂੰ ਲੈ ਜਾਊਗਾ। ਇਸ ਲਈ ਜਦੋਂ ਕਠਿਨ ਪਰਿਸਥਿਤੀਆਂ ਸਾਡੇ ਜੀਵਨ 'ਚ, ਮਾਹੌਲ, ਸਰੀਰ 'ਚ ਵੀ ਸਮੱਸਿਆ ਆ, ਉਦੋਂ ਬੈਠਣਾ ਆ ਕੇ ਇੱਧਰ ਚਰਨਾਂ 'ਚ, ਫਿਰ ਤੁਹਾਨੂੰ ਉਹ ਬਲ ਦੇਊਗਾ। ਇਸ ਲਈ ਉਹ ਅਸੰਭਵ ਨੂੰ ਕੀ ਕਰ ਸਕਦਾ ਭਲਾ? ਸੰਭਵ ਕਰਨ ਦੀ ਕੀ ਰੱਖਦਾ? ਤਾਕਤ ਰੱਖਦਾ। ਮੈਨੂੰ ਕਿੱਦਣ ਉਹਦੀ ਸ਼ਕਤੀ ਦਾ ਅਨੁਭਵ ਹੋਊਗਾ ਕਿ ਮੇਰਾ ਪਰਮੇਸ਼ਰ ਕੀ ਆ? ਕਿੰਨਾ ਮਹਾਨ ਆ? ਜਦੋਂ ਮੈਂ ਹਰ ਪਰਿਸਥਿਤੀ 'ਚ ਕੀ ਹੋਊਗਾ ਭਲਾ? ਉਹਦੇ ਚਰਨਾਂ 'ਚ ਬੈਠੂੰਗਾ। ਕਿੰਨਾ ਵਚਨ ਸਿਖਾਇਆ ਅਸੀਂ, ਕਿੰਨਾ ਵਚਨ ਸਿੱਖਿਆ, ਕਿੰਨੇ ਦਾਸਾਂ ਨੇ ਸਾਨੂੰ ਸਿਖਾਤਾ, ਖੁਦ ਵੀ ਅਸੀਂ ਕੀ ਕਰਦੇ? ਬਾਈਬਲ ਪੜ੍ਹਦੇ ਹਾਂ। ਪਰ ਕੀ ਹੈ ਭਲਾ? ਕਿਉਂ ਨਹੀਂ ਬਲ ਮਿਲ ਰਿਹਾ? ਕਿਉਂਕਿ ਜਦੋਂ ਫੈਸਲਾ ਲੈਣ ਦਾ, ਐਕਸ਼ਨ ਲੈਣ ਦਾ ਸਮੇਂ ਆਉਂਦਾ, ਉਦੋਂ ਅਸੀਂ ਪੈਰ ਕਿੱਥੇ ਕਰ ਲੈਂਦੇ ਭਲਾ? ਪਿੱਛੇ ਕਰ ਲੈਂਦੇ, ਤੇ ਫਿਰ ਸਾਨੂੰ ਬਲ ਨਹੀਂ ਮਿਲਦਾ। ਤੇ ਬਾਅਦ ਵਿੱਚ ਸਾਡੀ ਨਾਰਾਜ਼ਗੀ, ਪ੍ਰਭੂ ਸਾਨੂੰ ਕੀ ਨਹੀਂ ਦਿੰਦਾ? ਬਲ ਨਹੀਂ ਦਿੰਦਾ। ਮੇਰੇ ਸਰੀਰ 'ਚ ਵੀ ਸਮੱਸਿਆਵਾਂ, ਪ੍ਰਭੂ ਮੇਰੀ ਕੋਈ ਖੂਬੀ ਨਹੀਂ, ਪ੍ਰਭੂ ਮੈਂ ਮਨ ਬਣਾਉਣਾ, ਪ੍ਰਭੂ ਜਾਣਾ ਆ। ਕੋਈ ਵੀ ਮਾਹੌਲ ਆ, ਤੇਰੇ ਕੰਮ ਨੂੰ ਕੀ ਨਹੀਂ ਕਰਨਾ? ਮੈਂ ਪਿੱਛੇ ਨਹੀਂ ਪਾਉਣਾ, ਕੈਸੀ ਵੀ ਕੰਡੀਸ਼ਨ ਆ। ਤੇ ਜਦੋਂ ਜਾਂਦੇ ਹਾਂ ਤਾਂ ਰਾਹ 'ਚ ਕਿਵੇਂ ਦਿੰਦਾ? ਆਪਣੇ ਆਪ ਹੀ ਉਹ ਸਾਨੂੰ ਬਲ ਵੀ ਦਿੰਦਾ। ਤੇ ਜੇ ਪਹਿਲੇ ਮਨ ਬਣਾ ਲਗੇ ਜਾਂ ਸਰੀਰ 'ਚ ਸਮੱਸਿਆ, ਅੱਜ ਨਹੀਂ ਜਾਣਾ, ਅੱਜ ਨਹੀਂ ਪ੍ਰਾਰਥਨਾ ਕਰਨੀ, ਅੱਜ ਆਰਾਧਨਾ ਨਹੀਂ ਕਰਨੀ, ਅੱਜ ਬਾਈਬਲ ਨਹੀਂ ਪੜ੍ਹਨੀ, ਤਾਂ ਫਿਰ ਬਲ ਮਿਲ ਜੂਗਾ? ਬਲ ਨਹੀਂ ਕਦੀ ਮਿਲੂਗਾ। ਬਲ ਮਿਲੂਗਾ ਤੁਸੀਂ ਮਨ ਬਣਾਉਣਾ, ਪ੍ਰਭੂ ਤੇਰੀ ਉਪਸਥਿਤੀ 'ਚ ਬੈਠਣਾ, ਤੇਰੇ ਕੰਮ ਨੂੰ ਕੀ ਦੇਣੀ ਹੈ? ਪਹਿਲ ਦੇਣੀ। ਪਰ ਅਸੀਂ ਕਿਹੜੇ ਕੰਮਾਂ ਨੂੰ ਪਹਿਲ ਦਿੰਦੇ ਭਲਾ? ਅਸੀਂ ਆਪਣੇ ਸਰੀਰਕ ਸੰਸਾਰਕ ਕੰਮਾਂ ਨੂੰ ਪਹਿਲ ਦਿੰਦੇ ਤੇ ਬਾਅਦ ਵਿੱਚ ਕਹਿੰਦਾ ਉਹ ਸਾਨੂੰ ਬਲ ਨਹੀਂ ਦਿੰਦਾ। ਬਲ ਕਦੋਂ ਦਊਗਾ? ਜਦੋਂ ਪ੍ਰਭੂ ਨੂੰ ਆਪਣੇ ਜੀਵਨ 'ਚ ਅਸੀਂ ਕੀ ਦੇਵਾਂਗੇ? ਪਹਿਲ ਦੇਵਾਂਗੇ, ਤੇ ਸੰਸਾਰ ਨੂੰ ਧੂਲ ਦੇਵਾਂਗੇ। ਤੇ ਅੱਜ ਪੰਗਾ ਕਿ ਅੱਜ ਪ੍ਰਭੂ ਨੂੰ ਧੂਲ ਆ ਤੇ ਸੰਸਾਰ ਨੂੰ ਕੀ ਦਿੱਤੀ ਹੋਈ, ਤੇ ਬਾਅਦ ਵਿੱਚ ਅਸੀਂ ਕਹਿੰਦੇ ਸਾਨੂੰ ਕੀ ਨਹੀਂ ਦਿੰਦਾ ਜੀ ਉਹ। ਹੁਣ ਬਲ ਲੈਣਾ ਤੇ ਫਿਰ ਕੀ ਕਰਨਾ ਪੈਣਾ? ਹਰ ਪਰਿਸਥਿਤੀ 'ਚ, ਹਰ ਮਾਹੌਲ 'ਚ ਕਿੱਧਰ ਆ? ਫਿਰ ਉਸ ਭੈਣ ਨੂੰ ਮੈਂ ਕਿਹਾ, ਮੈਂ ਅਗਲੇ ਹਫ਼ਤੇ ਵੀ ਅਗਰ ਬਿਮਾਰ ਹੋਈ ਤਾਂ ਮੈਨੂੰ ਇੱਧਰ ਚਾਹੀਦੀ ਹੈ ਤੂੰ, ਕਿਉਂਕਿ ਅੱਜ ਤੱਕ ਵਚਨ ਆਹ ਗੱਲ ਸੁਣਨ ਲਈ ਨਹੀਂ ਸਿਖਾਇਆ ਕਿ ਕੀ ਹੈ ਜੀ? ਬਿਮਾਰ। ਕੋਈ ਨਹੀਂ, ਆਓ ਤੁਹਾਡੇ ਵਾਸਤੇ ਅੰਦਰ ਮੈਟ 'ਤੇ ਪੈਣ ਦਾ ਇੰਤਜ਼ਾਮ ਕੀਤਾ ਜਾਊਗਾ, ਪੈ ਕੇ ਵਚਨ ਸੁਣਨਾ। ਪੈਣ 'ਚ ਕੋਈ ਸਮੱਸਿਆ ਨਹੀਂ ਹੈ, ਘਰ ਵੀ ਤਾਂ ਪੈਣਾ ਹੀ ਹੈ ਨਾ। ਕਿਸੇ ਤਰ੍ਹਾਂ ਪਹੁੰਚੋ, ਤੁਹਾਨੂੰ ਕੀ ਹੈ? ਤੁਹਾਨੂੰ ਗੱਦਾ ਕਰਕੇ ਦੇਵਾਂਗੇ, ਤੁਸੀਂ ਆਰਾਮ ਨਾਲ ਬੈਠ ਕੇ ਪੈ ਕੇ ਕੀ ਕਰੋ? ਵਚਨ ਸਿੱਖੋ। ਆਓ ਦੇਖਿਓ ਫਿਰ ਉਹਦਾ ਕੰਮ। ਸਾਨੂੰ ਪ੍ਰਾਰਥਨਾ ਕਰਨ ਦੀ ਵੀ ਕੀ ਨਹੀਂ ਪੈਣੀ? ਲੋੜ ਨਹੀਂ ਪੈਣੀ। ਕੀ ਪਤਾ ਘਰੇ ਬਹਿ ਕੇ ਸਮੱਸਿਆ ਜ਼ਿਆਦਾ ਵੱਧਦੀ ਜਾਵੇ, ਵਧਣੀ ਵੀ ਹੈ। ਕਿਉਂਕਿ ਜਦੋਂ ਫੈਸਲਾ ਲੈਣ ਦਾ ਟਾਈਮ ਆਇਆ, ਉਦੋਂ ਕੀ ਹੋ ਗਿਆ ਸੀ? ਇਹਨੂੰ ਕਹਿੰਦੇ ਆ ਪ੍ਰਭੂ ਯਿਸੂ ਦਾ ਇਨਕਾਰ। ਕੀ ਹੈ ਭਲਾ? ਯਿਸੂ ਦਾ ਇਨਕਾਰ। असफल होने के कारण आए, उन्नति ना होने के कारण। आगे आइए हम अध्ययन करें कि उसकी असफलताओं के क्या कारण थे, ताकि हमें शिक्षा मिले और हमारे जीवनों में वह बातें ना पाई जाएं। हुण आपां अगे वधन लगे हैं। माता पिता की देखभाल का अभाव। हुण उहदे माता पिता ने किदां देखभाल की, रहूबीआम दी, उस गल नूं देखण लगे। उसका पिता सुलेमान अपनी महिमा बढ़ाने में व्यस्त था। वह अपने महलों को बनवाने और उन्हें सुसज्जित करने में लगा हुआ था। वह विदेशों से अपने व्यापारिक संबंध गहरे बनाने में भी व्यस्त था। हालांकि उसने अपनी संतानों के लिए भारी मात्रा में सोना, चांदी और बहुमूल्य वस्तुएं जमा कर ली थी, पर एक बात की ओर उसने ध्यान नहीं दिया, अपनी संतानों की उचित देखभाल करना, वे अपने बच्चों का पालन पोषण करना।
ठीक रीति से भूल गया था जिनके लिए उसने धन दौलत कमाया था। हुण इधर की गल पढ़ी आ, उसका पिता सुलेमान अपनी महिमा बढ़ाने में क्या था बना, व्यस्त सी, और ਆਪਣੇ ਮਹਿਲਾਂ ਨੂੰ ਬਣਵਾਉਣ ਦੇ ਵਿੱਚ ਵਿਅਸਤ ਆ, ਮਹਿਲਾਂ ਨੂੰ ਸਜਾਉਣ ਦੇ ਵਿੱਚ ਵਿਅਸਤ ਆ, ਆਸੇ ਪਾਸੇ ਦੇ ਦੇਸ਼ਾਂ ਦੇ ਨਾਲ ਆਪਣੇ ਵਪਾਰਿਕ ਸੰਬੰਧ ਮਜ਼ਬੂਤ ਕਰਨ 'ਚ ਕੀ ਆ ਭਲਾ, ਵਿਅਸਤ ਆ। ਤੇ ਆਪਣੀਆਂ ਸੰਤਾਨਾਂ ਲਈ ਭਾਰੀ ਮਾਤਰਾ ਵਿੱਚ ਸੋਨਾ ਚਾਂਦੀ ਤੇ ਬਹੁਮੁੱਲੇ ਵਸਤੂਆਂ ਵੀ ਜਮ੍ਹਾਂ ਕੀਤੀਆਂ ਉਹਨੇ। पर एक बात की ओर उसने ध्यान नहीं दिया, अपनी संतानों की उचित देखभाल करना वह क्या हो गया भला, भूल गया। अपनी महिमा ਵਧਾਉਣ 'ਚ ਹੋਰ ਮਹਿਲਾਂ ਨੂੰ ਬਣਵਾਉਣ 'ਚ, ਸੁਜੱਜਿਤ ਕਰਨ ਲਈ ਤੇ ਦੇਸ਼ਾਂ ਦੇ ਨਾਲ ਸੰਬੰਧ ਕੀ ਕਰਨ ਲਈ, ਮਜ਼ਬੂਤ, ਇਹਨਾਂ ਕੰਮਾਂ 'ਚ ਲੱਗਾ ਹੋਇਆ। ਤੇ ਹੁਣ ਦੇਖੋ ਨਾ, ਸੋਨਾ ਚਾਂਦੀ ਸਭ ਕੁਛ ਆ, ਬਹੁਮੁੱਲੇ ਵਸਤੂਆਂ ਆਪਣੇ ਬੱਚਿਆਂ ਨੇ ਜਮ੍ਹਾਂ ਕਰਕੇ ਰੱਖੀਆਂ ਹੋਈਆਂ। ਦੱਸੋ ਜੀ, ਰਹੂਬੀਆਮ ਨੂੰ ਕਿਸੇ ਚੀਜ਼ ਦਾ ਘਾਟਾ ਸੀ? ਕਿਸੇ ਵੀ ਚੀਜ਼ ਦੀ ਕੀ ਨਹੀਂ ਉਹਨੂੰ ਘਾਟਾ ਨਹੀਂ ਉਹਨੂੰ। ਤੇ ਫਿਰ ਵੀ ਲਿਖ ਰਿਹਾ ਕਿ ਉਹਨੇ ਆਪਣੇ ਬੱਚਿਆਂ ਦੀ ਦੇਖਭਾਲ ਕੀ ਨਹੀਂ ਕੀਤੀ, ਠੀਕ ਰੀਤੀ ਦੇ ਨਾਲ ਨਹੀਂ ਕੀਤੀ। ਸਭ ਕੁਛ ਤੇ ਹੈਗਾ, ਹਾਂਜੀ ਅੰਕਲ ਜੀ, ਸੋਨਾ ਚਾਂਦੀ ਬਹੁਮੁੱਲੇ ਵਸਤੂਆਂ ਸਾਰੀਆਂ ਚੀਜ਼ਾਂ, ਸਭ ਕੁਝ, ਕਿਸੇ ਚੀਜ਼ ਦਾ ਘਾਟਾ ਨਹੀਂ ਹੈ। ਤੇ ਫਿਰ ਕਿਹੜੀ ਚੀਜ਼ ਐਸੀ ਰਹਿ ਗਈ ਜੇ ਕਹਿੰਦੇ ਦੇਖਭਾਲ ਨਹੀਂ ਠੀਕ ਰੀਤੀ ਨਾਲ ਹੋਈ? ਮਾਂ ਬਾਪ ਦੇ ਅੰਦਰ ਇਹੀ ਦੇਖਭਾਲ ਹੁੰਦੀ ਨਾ, ਮੇਰੇ ਬੱਚੇ ਕੋ ਸੋਨਾ ਚਾਂਦੀ ਪੈਸਾ ਬਹੁਮੁੱਲੇ ਵਸਤੂਆਂ ਕੀਮਤੀ ਬੇਸ਼ੁਮਾਰ ਚੀਜ਼ਾਂ ਹੋਣ ਤੇ ਇਹੀ ਦੇਖਭਾਲ ਆ, ਹੋਰ ਕਿਹੜੀ ਚੀਜ਼ ਆ? ਦੇਖਭਾਲ ਕਿਹੜਾ ਕੀ ਬਣਾ? ਸੁਲੇਮਾਨ ਨੇ ਕਦੀ ਵੀ ਆਪਣੇ ਬੇਟੇ ਰਹੂਬੀਆਮ ਨੂੰ ਆਪਣੇ ਬਾਪ ਦੇ ਬਾਰੇ ਕੀ ਨਹੀਂ ਕੀਤਾ ਭਲਾ, ਦੱਸਿਆ, ਆਪਣੇ ਸਵਰਗੀ ਪਿਤਾ ਦੇ ਬਾਰੇ ਨਹੀਂ ਦੱਸਿਆ। ਉਹਨੇ ਦੱਸਿਆ ਨਹੀਂ, ਪੁੱਤਰਾ ਮੈਨੂੰ ਬੁੱਧ ਦੇਣ ਵਾਲਾ ਕੌਣ ਆ ਭਲਾ, ਮੇਰਾ ਪਰਮੇਸ਼ਵਰ। ਆ ਜਿਹੜਾ ਇੰਨਾ ਕੁਛ ਮੈਂ ਕਰ ਰਿਹਾ ਨਾ, ਇੰਨੀ ਬੁੱਧ ਇਸਤੇਮਾਲ ਹੋ ਰਹੀ ਹੈ, ਤੇ ਇਹ ਬੁੱਧ ਦੇਣ ਵਾਲਾ ਕੌਣ ਆ ਭਲਾ, ਸਰਵ ਸ਼ਕਤੀਮਾਨ ਪਰਮੇਸ਼ਵਰ। ਫਿਰ ਦੱਸਣਾ ਭੁੱਲ ਗਿਆ ਕਿ ਤੇਰੇ ਦਾਦੇ ਨੂੰ ਭੇਡਾਂ ਚਾਰਦੇ ਨੂੰ ਚੱਕਿਆ ਸੀ ਉਹਨੇ, ਤੇ ਤੇਰੇ ਦਾਦੇ ਕੋਲੋਂ ਸ਼ੇਰ ਵੀ ਪੜਵਾਇਆ ਸੀ ਉਹਨੇ, ਭਾਲੂ ਵੀ ਪੜਵਾਇਆ ਸੀ, ਗੋਲੀਅਤ ਵੀ ਮਰਵਾਇਆ ਸੀ, ਤੇ ਤੇਰੇ ਦਾਦੇ ਨੂੰ, ਦਾਊਦ ਨੂੰ, ਭੇਡਾਂ ਚਾਰਨ ਵਾਲੇ ਨੂੰ ਕੀ ਬਣਾਤਾ ਉਹਨੇ ਭਲਾ, ਰਾਜਾ ਬਣਾ ਕੇ ਰੱਖ ਦਿੱਤਾ। ਕਦੀ ਦੱਸਿਆ ਹੀ ਨਹੀਂ। ਕਿਉਂ? ਕਿਉਂਕਿ ਕੱਚ ਵਿਅਸਤ ਆ ਆਪਣੀ ਮਹਿਮਾ ਵਧਾਉਣ 'ਚ, ਪੈਸਾ ਕਮਾਉਣ ਦੇ ਵਿੱਚ, ਮਹਿਲਾਂ ਨੂੰ ਬਣਵਾਉਣ ਲਈ, ਸੁਜੱਜਿਤ ਕਰਨ ਲਈ, ਬਹੁਮੁੱਲੇ ਚੀਜ਼ਾਂ ਖਰੀਦਣ ਦੇ ਵਿੱਚ, ਸਾਰੀਆਂ ਕਮੀਆਂ, ਕੋਈ ਕਮੀ ਘਟੀ ਨਹੀਂ ਆ, ਹਰ ਚੀਜ਼ ਆ, ਬਸ ਆਪਣੇ ਪ੍ਰਭੂ ਦੇ ਬਾਰੇ ਕੀ ਨਹੀਂ ਕੀਤਾ, ਦੱਸਿਆ ਨਹੀਂ। ਹੁਣ ਧਿਆਨ ਦੇਣਾ, ਸਭ ਕੁਛ ਤਾਂ ਹੈਗਾ, ਮਹਿਮਾ ਬੇਸ਼ੁਮਾਰ ਆ, ਪੈਸਾ ਬੇਸ਼ੁਮਾਰ ਆ, ਮਹਿਲ ਬੇਸ਼ੁਮਾਰ ਆ, ਧਨ ਦੌਲਤ ਬੇਸ਼ੁਮਾਰ, ਹਰ ਚੀਜ਼ ਬੇਸ਼ੁਮਾਰ ਆ, ਪਰ ਫਿਰ ਵੀ ਕੀ ਹੈ, ਦੇਖਭਾਲ ਕੀ ਨਹੀਂ ਹੈ ਭਲਾ। ਇਹਦਾ ਮਤਲਬ ਪ੍ਰਭੂ ਦਾ ਵਚਨ ਉਸ ਵਿਅਕਤੀ ਨੂੰ ਜਿਹਦੇ ਕੋਲ ਸਭ ਕੁਛ ਹੋ ਨਾ, ਉਹਨੂੰ ਪ੍ਰਭੂ ਦਾ ਵਚਨ ਕੀ ਕਹਿੰਦਾ, ਤੇਰੀ ਦੇਖਭਾਲ ਕੀ ਨਹੀਂ ਹੈ ਭਲਾ, ਸਹੀ ਨਹੀਂ ਹੋਈ। ਤੇ ਜਿਹਦੇ ਕੋਲ ਸੰਸਾਰ ਨਹੀਂ ਆ, ਪ੍ਰਭੂ ਦਾ ਕੀ ਆ, ਪ੍ਰਭੂ ਦਾ ਵਚਨ ਆ, ਪ੍ਰਭੂ ਉਹਨੂੰ ਕਹਿੰਦਾ ਇਹਦੀ ਦੇਖਭਾਲ ਕੀ ਹੈ ਭਲਾ, ਇਹਦੀ ਦੇਖਭਾਲ ਸਹੀ ਦਿੱਤੀ ਗਈ। ਠੀਕ ਆ, ਸੰਸਾਰ ਦੀਆਂ ਚੀਜ਼ਾਂ ਹੋਵੇ, ਪਰ ਨਾਲ ਕੀ ਹੋਣਾ ਭਲਾ, ਪ੍ਰਭੂ ਦਾ ਵਚਨ ਵੀ ਹੋਣਾ, ਪ੍ਰਭੂ ਦੇ ਬਾਰੇ ਵੀ ਸਮਝ ਹੋਣੀ ਹੈ। ਉਹਨੂੰ ਕਹਿੰਦਾ ਪ੍ਰਭੂ ਆਹ ਹੋਈ ਆ ਵਧੀਆ ਦੇਖਭਾਲ। ਅੱਜ ਕਲੀਸਿਆਵਾਂ ਦੇ ਵਿੱਚ ਮਾਂ-ਬਾਪ ਕੀ ਕਰਦੇ, ਆਪਣੇ ਬੱਚਿਆਂ ਨੂੰ ਬੜਾ ਕੁਛ ਬਣਾਉਣ ਦਾ ਸੋਚ ਰਹੇ ਆ, ਬੜਾ ਪੜ੍ਹਾਉਣ ਦਾ ਵੀ ਸੋਚਦੇ, ਬੜੀਆਂ ਉਪਲਬਧੀਆਂ ਤੱਕ ਲੈ ਕੇ ਜਾਣਾ ਚਾਹੁੰਦੇ, ਸੰਸਾਰ 'ਚ ਬੜਾ ਕੁਛ ਬਣਾਉਣਾ ਚਾਹੁੰਦੇ, ਤੇ ਪਰਮੇਸ਼ਰ ਦੀ ਨਿਗਾਹ 'ਚ ਕੀ ਆ, ਤੁਸੀਂ ਆਪਣੇ ਬੱਚਿਆਂ ਦੀ ਦੇਖਭਾਲ ਕੀ ਨਹੀਂ ਹੈ ਭਲਾ, ਸਹੀ ਰੀਤੀ ਦੇ ਨਾਲ ਨਹੀਂ ਕਰ ਪਾ ਰਹੇ। ਤੁਹਾਨੂੰ ਗਰਮੀ ਲੱਗ ਰਹੀ ਤੇ ਇੱਧਰ ਪੱਖੇ ਥੱਲੇ ਤਾਂ ਵੀ ਕੀ ਹੈ ਭਲਾ, ਪਰਮੇਸ਼ਰ ਕੀ ਕਹਿ ਰਿਹਾ, ਤੁਸੀਂ ਆਪਣੇ ਬੱਚਿਆਂ ਦੀ ਦੇਖਭਾਲ ਕੀ ਹੈ, ਦੇਖਭਾਲ ਨਹੀਂ ਕਰ ਰਹੇ, ਕਿਉਂਕਿ ਅਸਲੀ ਬਾਪ ਦੇ ਬਾਰੇ ਕੀ ਕੀਤਾ ਨਹੀਂ ਭਲਾ, ਸਿਖਾਇਆ ਹੀ ਨਹੀਂ ਹੈ। ਸੋਚ 90 ਜਾਂ 95% ਅੱਜ ਮਸੀਹੀ ਲੋਕਾਂ ਦਾ ਆਹ ਹਾਲ ਆ, ਮੈਂ ਆਪਣੇ ਬੱਚੇ ਨੂੰ ਡਾਕਟਰ ਬਣਾਉਣਾ, ਮੈਂ ਇੰਜੀਨੀਅਰ ਬਣਾਉਣਾ, ਮੈਂ ਉਹ ਬਣਾਉਣਾ, ਤੇ ਰੱਬ ਦੇ ਬਾਰੇ ਕੀ ਨਹੀਂ ਭਲਾ, ਦੱਸਦੇ ਨਹੀਂ ਆ। ਤੇ ਬਾਅਦ ਵਿੱਚ ਜਦੋਂ ਚਰਚ ਜਾਣ ਲਈ ਕਹਿੰਦੇ ਨਾ, ਫਿਰ ਉਹ ਜਾਂਦਾ ਵੀ ਨਹੀਂ ਹੈ। ਫਿਰ ਕਹਿੰਦੇ ਪਾਸਟਰ ਜੀ ਕੀ ਕਰ ਦਿਓ ਇਹਦੇ ਲਈ ਜੀ, ਪ੍ਰਾਰਥਨਾ ਕਰੋ, ਇਹ ਕਿੱਧਰ ਨਹੀਂ ਆਉਂਦਾ। ਵਿਗਾੜਿਆ ਤੁਸੀਂ, ਤੇ ਹੁਣ ਦੁਆ ਕਰੇ ਪਾਸਟਰ ਵੀ ਇਹ ਕਿੱਥੇ ਜਾਵੇ ਭਲਾ, ਚਰਚ ਜਾਵੇ। ਹਾਲੇਲੂਇਆ। ਇੱਦਾਂ ਨਹੀਂ ਹੁੰਦਾ। ਇਸੇ ਤਰੀਕੇ ਨਾਲ ਅੱਜ ਬਹੁਤ ਸਾਰੇ ਮਸੀਹੀ ਲੋਕ ਕੀ ਆ, ਅੱਜ ਆਪਣੀ ਮਹਿਮਾ ਵਧਾਉਣ 'ਚ, ਪੈਸਾ ਕਮਾਉਣ 'ਚ ਲੱਗੇ ਹੋਏ ਆ,
ਤੇ ਪ੍ਰਭੂ ਨਾਲ ਕੀ ਕਰ ਰਹੇ ਭਲਾ? ਸਮਝੌਤਾ ਕਰ ਰਹੇ। ਵਚਨ ਆਰਾਧਨਾ ਪ੍ਰਾਰਥਨਾ ਕੀ ਨਹੀਂ ਆ ਜੀਵਨ 'ਚ? ਹੈ ਹੀ ਨਹੀਂ। ਰੋਣਗੇ ਅਗਰ ਕਿਹਨੂੰ ਨਾ ਪਹਿਲ ਦਿੱਤੀ। ਮੈਂ ਕਈ ਵਾਰੀ ਵਚਨ ਸਿਖਾਇਆ ਆਪਣੇ ਜੀਵਨ 'ਚ। ਹੁਣ ਦੇਖੋ ਨਾ, ਅਸੀਂ ਆਪਣੇ ਸਰੀਰਕ ਸੰਸਾਰਕ ਕੰਮ ਸਾਰੇ ਹੀ ਕਰ ਲੈਂਦੇ ਹਾਂ, ਜਿੰਨਾ ਮਰਜ਼ੀ ਥੱਕੇ ਟੁੱਟੇ ਹੋਈਏ, ਰਾਤ ਨੂੰ ਕਰਕੇ ਸੋਣਾ ਆ। ਤੇ ਜੇ ਗੱਲ ਆ ਜਾਵੇ ਪ੍ਰਾਰਥਨਾ ਦੀ, ਤੇ ਸਰੀਰ ਕੀ ਹੋ ਗਿਆ ਜੀ? ਥੱਕ ਗਿਆ। ਜੇ ਗੱਲ ਆ ਜਾਵੇ ਵਚਨ ਦੀ, ਆਰਾਧਨਾ ਦੀ, ਮੇਰੇ ਕੋਲ ਕੀ ਨਹੀਂ ਹੈ ਭਲਾ? ਹੋ ਨਹੀਂ ਪਾ ਰਿਹਾ। ਚਲੋ ਕੋਈ ਨਹੀਂ, ਕੱਲ੍ਹ ਕਰ ਲਵਾਂਗੇ, ਚਲੋ ਕੋਈ ਨਹੀਂ ਸਵੇਰੇ ਕਰ ਲਵਾਂਗੇ। ਸਰੀਰਕ ਸੰਸਾਰਕ ਕੰਮ ਆ ਤੇ ਉਹ ਹੋ ਜਾਣਾ ਆ ਜਿੰਨਾ ਮਰਜ਼ੀ ਥੱਕਿਆ ਟੁੱਟਿਆ। ਪਰ ਜਦੋਂ ਗੱਲ ਪ੍ਰਭੂ ਦੀ ਆ ਜਾਂਦੀ ਹੈ ਤੇ ਉਦੋਂ ਮੇਰੇ ਪਿਆਰੋ ਕਿੱਦਣ ਬਲ ਦਊਗਾ ਉਹ? ਸਾਨੂੰ ਨਹੀਂ ਬਲ ਦੇ ਸਕਦਾ। ਉਹਨੂੰ ਹੀ ਬਲ ਦਊਗਾ ਜਿਹੜਾ ਇਸ ਪਰਮੇਸ਼ਰ ਨੂੰ ਆਪਣੇ ਜੀਵਨ 'ਚ ਕੀ ਕਰਦਾ ਭਲਾ? ਅੱਗੇ ਕਰਦਾ। ਠੀਕ ਹੈ, ਸਰੀਰਕ ਸੰਸਾਰਕ ਕੰਮ ਕਰਨੇ ਆ, ਜ਼ਰੂਰੀ ਵੀ ਹੈ, ਪਰ ਇਹ ਵੀ ਕੰਮ ਕੀ ਹੈ ਫਿਰ? ਰੋਟੀ ਖਾਣੇ ਨਾ, ਪਾਣੀ ਪੀਂਦੇ ਕਿ ਨਹੀਂ? ਤਾਂ ਫਿਰ ਆ ਵੀ ਕੀ ਹੈ ਭਲਾ? ਇਹ ਰੋਜ਼ ਹੋਣਾ ਵਚਨ ਪ੍ਰਾਰਥਨਾ ਵੀ ਸਾਡੇ ਜੀਵਨ 'ਚ। ਇਹਦੇ ਨਾਲ ਹੀ ਕੀ ਕਰ ਜਾਂਦੇ ਆ ਕੇ? ਸਮਝੌਤਾ ਦੇ ਬਾਅਦ ਜੀ ਕਹਿੰਦੇ ਸਾਨੂੰ ਕੀ ਨਹੀਂ ਦਿੰਦਾ ਜੀ? ਇਹ ਬਲ ਨਹੀਂ ਦਿੰਦਾ। ਮੇਰੇ ਪਿਆਰੋ ਚੱਖ ਕੇ ਦੇਖੋ ਉਹ ਕਿੰਨਾ ਕੀ ਹੈ ਭਲਾ? ਕਿੰਨਾ ਭਲਾ ਆ। ਹਾਲੇਲੂਇਆ। ਚੱਖਣ ਤੋਂ ਬਿਨਾਂ ਨਾ ਕੋਈ ਫੈਸਲਾ ਕਰੋ, ਚੱਖੋ ਪਹਿਲਾਂ, ਚੱਖੋ ਤੇ ਵੇਖੋ ਯਿਸੂ ਕਿਤਨਾ ਮਹਾਨ ਹੈ। ਐਵੇਂ ਨਾ ਕਹੀ ਜਾਓ ਉਹਨੂੰ ਕੁਛ ਨਾ ਕੁਛ ਸਾਨੂੰ ਬਲ ਨਹੀਂ ਦਿੰਦਾ। ਬਲ ਦਊਗਾ, ਪਰ ਕਦੋਂ ਦਊਗਾ? ਕਦੋਂ ਦਊਗਾ ਬਲ ਭਲਾ? ਜਦੋਂ ਆਪਣੇ ਜੀਵਨ 'ਚ ਪਹਿਲ ਕਿਹਨੂੰ ਦੇਵਾਂਗੇ ਅਸੀਂ? ਪਹਿਲ ਇਸ ਪਰਮੇਸ਼ਰ ਨੂੰ। ਇਹੀ ਗਲਤੀ ਕੌਣ ਕਰ ਰਿਹਾ? ਸੁਲੇਮਾਨ। ਸਭ ਕੁਛ ਵਧੀਆ ਆ, ਸਾਰਾ ਕੁਛ, ਪਰ ਭੁੱਲ ਗਿਆ ਆਪਣੇ ਬੱਚੇ ਨੂੰ ਆਪਣੇ ਅਸਲੀ ਬਾਪ ਦੇ ਬਾਰੇ ਦੱਸਣਾ। ਦੇਖੋ ਜਿਸ ਪਰਮੇਸ਼ਰ ਨੇ ਬੁੱਧ ਦਿੱਤੀ ਉਹਦੇ ਬਾਰੇ ਜ਼ਿਕਰ ਹੀ ਨਹੀਂ ਬੇਟੇ ਨਾਲ। ਉਹਦੇ ਦਾਦੇ ਨੂੰ ਕਿੱਥੋਂ ਚੱਕ ਕੇ ਲਿਆਂਦਾ ਉਹਦੇ ਬਾਰੇ ਕੋਈ ਵੀ ਕੀ ਨਹੀਂ ਆ, ਜ਼ਿਕਰ ਹੀ ਨਹੀਂ ਹੈ। ਇੰਨਾ ਵਿਅਸਤ ਹੋ ਗਿਆ ਉਹ ਸੰਸਾਰ 'ਚ। ਇਸ ਲਈ ਮੇਰੇ ਪਿਆਰੋ ਤੁਸੀਂ ਵੀ ਟਰਾਲੀ ਦੇ ਵਿੱਚ ਕੀ ਹੋਣਾ ਭਲਾ? ਘੱਟ ਵਿਅਸਤ ਹੋਣਾ। ਜੇ ਹੋਏ ਆ ਤਾਂ ਧੰਨਵਾਦ ਆ, ਪਰ ਇਹਦੇ 'ਚ ਵੀ ਕੀ ਰਹਿਣਾ ਫਿਰ ਨਾਲ ਭਲਾ? ਵਿਅਸਤ ਰਹਿਣਾ। ਫੋਨ 'ਚ ਨਾ ਸਮਝਿਓ, ਪ੍ਰਭੂ ਦੇ ਵਚਨ 'ਚ। ਇਹਦੇ 'ਚ ਵੀ ਕੀ ਹੋਣਾ ਭਲਾ ਆਪਾਂ? ਤੇ ਜੇ ਇਹਦੇ ਨਾਲ ਤੁਸੀਂ ਕੰਪਰੋਮਾਈਜ਼ ਕਰ ਰਹੇ ਆ ਤੇ ਯਾਦ ਰੱਖਣਾ ਇਹ ਨਿਆਈ ਆ। ਇਹ ਵੀ ਇੱਕ ਦਿਨ ਕੀ ਕਹੂਗਾ ਭਲਾ? ਮੈਂ ਤੁਹਾਨੂੰ ਕੀ ਨਹੀਂ ਕਰਦਾ, ਜਾਣਦਾ ਨਹੀਂ। ਫਿਰ ਇਹਦੇ ਕੋਲੋਂ ਕੋਈ ਆਸ ਨਹੀਂ ਰੱਖਣੀ। ਔਖੇ ਟਾਈਮ ਤੇ ਕਿਹਨੂੰ ਨਹੀਂ ਯਾਦ ਕਰਨਾ? ਫਿਰ ਪ੍ਰਭੂ ਯਿਸੂ ਨੂੰ ਨਹੀਂ ਬੁਲਾਉਣਾ। ਸਮਝੇ ਕਿ ਨਹੀਂ? ਅਗਰ ਪਹਿਲਾਂ ਯਾਦ ਕੀਤਾ ਹੋਊਗਾ ਤੇ ਇਹਨੂੰ ਬੁਲਾਉਣ ਦੀ ਲੋੜ ਨਹੀਂ ਆ। ਇਹ ਕੀ ਹੋਊਗਾ ਭਲਾ? ਹਮੇਸ਼ਾ ਤੁਹਾਡੇ ਨਾਲ। ਤਾਂ ਜੇ ਜ਼ਰੂਰਤ ਲਈ ਯਾਦ ਕਰਨਾ, ਆਪਣਾ ਫਾਇਦਾ ਕਢਾਉਣ ਲਈ, ਤਾਂ ਉਹ ਕੰਮ ਕੀ ਆ? ਉਹ ਕੰਮ ਖਰਾਬ। ਇਸ ਕਰਕੇ ਸੁਲੇਮਾਨ ਵਾਲੀ ਗਲਤੀ ਅਸੀਂ ਆਪਣੇ ਜੀਵਨਾਂ 'ਚ ਕੀ ਨਹੀਂ ਆ? ਦੁਹਰਾਉਣੀ ਨਹੀਂ। ਸੁਲੇਮਾਨ ਨੇ ਇਹੀ ਗਲਤੀ ਕੀਤੀ, ਆਪਣੇ ਸਰੀਰਕ ਸੰਸਾਰਕ ਕੰਮਾਂ 'ਚ ਲਿਆ, ਕਦੀ ਰੱਬ ਨੂੰ ਆਪਣੇ ਬੱਚੇ ਨੂੰ ਕੀ ਨਹੀਂ ਕੀਤਾ? ਦੱਸਿਆ ਹੀ ਨਹੀਂ। ਸਾਡੇ ਲਈ ਕੀ ਸਿੱਖਣ ਲਈ? ਅਸੀਂ ਆਪਣੇ ਸਰੀਰਕ ਸੰਸਾਰਿਕ ਕੰਮਾਂ ਦੇ ਨਾਲ ਆਪਣੇ ਪ੍ਰਭੂ ਨਾਲ ਆਪਣਾ ਰਿਸ਼ਤਾ ਕੀ ਰੱਖਣਾ ਭਲਾ? ਮਜ਼ਬੂਤ ਰੱਖਣਾ। ਇਹ ਗਲਤੀ ਹੋ ਗਈ। ਦੇਖੋ ਸੰਸਾਰਕ ਸਭ ਕੁਛ ਆ, ਪਰ ਪ੍ਰਭੂ ਦੇ ਬਾਰੇ ਕਦੀ ਕੀ ਨਹੀਂ ਕੀਤਾ? ਦੱਸਿਆ। ਯਾਦ ਰੱਖਣਾ। ਸਮਝੇ ਕਿ ਨਹੀਂ? ਕੀ ਕਰਨਾ ਭਲਾ? ਬਲ ਲੈਣਾ ਹੈ ਤੇ ਹਰ ਪਰਿਸਥਿਤੀ 'ਚ ਕਿੱਧਰ ਆਉਣਾ? ਉਹਦੇ ਚਰਨਾਂ ਵਿੱਚ ਆਉਣਾ। ਜਿੱਦਾਂ ਇੱਕ ਫੌਜੀ ਹੁੰਦਾ ਨਾ, ਜਦੋਂ ਫੌਜੀ ਜਾਂ ਪੁਲਿਸ ਵਾਲਾ ਕੋਈ ਮਰਦਾ ਤੇ ਦਨਾਲੀਆਂ ਦੇ ਨਾਲ ਗੋਲੀਆਂ ਚਲਾ ਕੇ ਉਹਨੂੰ ਕੀ ਦਿੰਦੇ ਭਲਾ? ਉਹਨੂੰ ਸ਼ਹੀਦ ਹੋ ਗਿਆ ਨਾ। ਇਸੇ ਤਰੀਕੇ ਨਾਲ ਅਗਰ ਮੈਂ ਵੀ, ਮੇਰੇ ਸਰੀਰ 'ਚ ਵੀ ਕੁਛ ਸਮੱਸਿਆਵਾਂ, ਹਰ ਪਰਿਸਥਿਤੀ ਜਦੋਂ ਉਹਦੇ ਚਰਨਾਂ 'ਚ ਆ ਕੇ ਮਰ ਜਾਓਗੇ ਨਾ, ਤੇ ਤੁਹਾਨੂੰ ਗੋਲੀਆਂ ਦੀ ਸਲਾਮੀਆਂ ਥੋੜ੍ਹੀ ਮਿਲਣੀਆਂ। ਤੁਹਾਨੂੰ ਕਿਹੜੀ ਸਲਾਮੀ ਮਿਲਣੀ ਭਲਾ? ਹਾਲੇਲੂਇਆ ਦੀਆਂ ਸਲਾਮੀਆਂ ਮਿਲਣੀਆਂ। ਕਿੰਨਾ ਧੰਨ ਹੋਊਗਾ ਜਦੋਂ ਸਰੀਰ 'ਚ ਕੋਈ ਸਮੱਸਿਆ ਹੈ ਤੇ ਪ੍ਰਭੂ ਦੇ ਚਰਨਾਂ 'ਚ ਆ ਕੇ ਤੁਸੀਂ ਬੈਠੇ ਹੋਵੋਗੇ। ਤੇ ਜੇ ਪ੍ਰਭੂ ਦੇ ਚਰਨਾਂ 'ਚ ਕੁਛ ਹੋ ਜਾਵੇ ਤੇ ਇਸ ਤੋਂ ਵੱਡੀ ਗੱਲ ਕੋਈ ਹੋ ਸਕਦੀ? ਹਾਲੇਲੂਇਆ। ਗੋਲੀਆਂ ਦੀ ਸਲਾਮੀ ਨਹੀਂ, ਕਾਹਦੀ ਸਲਾਮੀ ਭਲਾ? ਹਾਲੇਲੂਇਆ ਦੀ ਸਲਾਮੀ। ਕਿਆ ਹੈ ਜ਼ਬਰਦਸਤ ਸੀਨ ਹੋਊਗਾ ਜਦੋਂ ਇਸ ਪ੍ਰਸਿੱਧੀਆਂ 'ਚੋਂ ਅਸੀਂ ਕੀ ਹੋਵਾਂਗੇ? ਗੁਜ਼ਰਾਂਗੇ। ਇੱਦਾਂ ਕਰਨ ਦੇ ਨਾਲ ਪਤਾ ਨਹੀਂ ਅਸੀਂ ਕਿੰਨਿਆਂ ਦੇ ਲਈ ਕੀ ਬਣ ਜਾਂਦੇ ਭਲਾ? ਦਲੇਰੀ ਦਾ ਕਾਰਨ ਬਣ ਜਾਂਦੇ। हालेलुया। आगे बढ़न जा रहे हैं। हाँ, अपने बच्चों का पालन पोषण ठीक रीति से करना भूल गया जिनके लिए उसने धन दौलत कमाया। हुण जिहदे लई सब कुछ कमाया ना, उन्होंने असली गल दसी नहीं। अगे रहूबियाम की माता, हुण ये सी सुलेमान दा काम जो उन्हें कीता, हुण मां दा काम।
रहूबियाम की माता एक अम्मोनी स्त्री थी, वह मूर्ति पूजक थी। इस कारण उसे माता पिता की ओर से भी आत्मिक शिक्षा व मार्गदर्शन नहीं मिला, और जो शिक्षा मिली भी तो मूर्ति पूजा की शिक्षा मिली। आगे, इस प्रकार रहूबियाम एक ऐसा मनुष्य था जिसे माता पिता की ओर से उचित देखभाल किए जाने का सौभाग्य नहीं मिला। ਹੁਣ ਮਾਂ ਕੀ ਨਿਕਲੀ ਜੀ? ਮੂਰਤੀ ਪੂਜਾ। ਤੇ ਮੂਰਤੀ ਪੂਜਾ ਬਾਰੇ ਉਹਨੇ ਕੀ ਕੀਤਾ ਫਿਰ ਇਹਨੂੰ? ਹੁਣ ਜੋ ਪਤਾ ਉਹੀ ਦੱਸਣਾ। ਇਸ ਲਈ ਕੀ ਹੋਇਆ, ਉਹਨੂੰ ਮਾਤਾ ਪਿਤਾ ਵੱਲੋਂ ਕੋਈ ਉਚਿਤ ਕੀ ਨਹੀਂ ਹੋਇਆ, ਭਲਾ ਦੇਖਭਾਲ ਦਾ ਕੋਈ ਸੁਭਾਗ ਹੀ ਨਹੀਂ ਮਿਲਿਆ। ਪਿਓ ਆਪਣੀ ਮਹਿਮਾ ਵਧਾਉਣ 'ਚ ਲੱਗਾ ਹੋਇਆ, ਆਪਣੇ ਬੱਚਿਆਂ ਦੇ ਇੰਤਜ਼ਾਮ ਕਰਨ 'ਚ ਲੱਗਾ ਹੋਇਆ, ਅਤੇ ਮਾਤਾ ਨੂੰ ਜੋ ਪਤਾ ਸੀ ਉਹ ਕੀ ਆ। ਹੁਣ ਇਸ ਮਾਂ ਦੇ ਕਰੈਕਟਰ ਤੋਂ ਆਪਾਂ ਕੀ ਸਿੱਖ ਰਹੇ ਹਾਂ? ਮੇਰੇ ਪਿਆਰੋ, ਜੋ ਤੁਸੀਂ ਵਚਨ ਸਿੱਖ ਲਿਆ ਨਾ ਪ੍ਰਭੂ ਦੇ ਦਾਸਾਂ ਕੋਲੋਂ ਅੱਜ ਤੱਕ, ਜਿੰਨਾ ਕਾਪੀਆਂ 'ਤੇ ਉਤਾਰ ਲਿਆ, ਕੱਲਾ ਇਹਦੇ ਵਿੱਚ ਕੀ ਨਹੀਂ ਰਹਿਣਾ, ਭਲਾ ਸੰਤੁਸ਼ਟ ਨਹੀਂ ਰਹਿਣਾ। ਜ਼ਿਆਦਾਤਰ ਵਿਸ਼ਵਾਸੀ ਲੋਕ ਕੀ ਹੋ ਗਏ ਆ, ਨੋਟਸ ਮਿਲ ਗਏ ਆ, ਕਾਪੀਆਂ ਭਰ ਲਈਆਂ, ਬਸ ਹੁਣ ਇਹਦੇ 'ਤੇ ਕੀ ਆ, ਡਿਪੈਂਡ ਹੋ ਗਏ। ਨੋਟਸ ਮਿਲਿਆ, ਉਸ ਨੋਟਸ ਦੇ ਵਿੱਚ ਤੁਹਾਡਾ ਆਪਣਾ ਨਿੱਜੀ ਵੀ ਕੀ ਹੋਣਾ, ਭਲਾ ਪ੍ਰਕਾਸ਼ਨ ਹੋਣਾ। ਤੁਸੀਂ ਪ੍ਰਭੂ ਦੇ ਚਰਨਾਂ 'ਚ ਬਹਿ ਕੇ ਉਹਦੇ 'ਤੇ ਹੋਰ ਮਨਨ ਕਰਨਾ, ਪ੍ਰਭੂ ਹੋਰ ਮੈਨੂੰ ਇਹਦੇ 'ਚੋਂ ਕੀ ਸਿਖਾਉਣਾ ਚਾਹੁੰਦਾ। ਯਾਦ ਰੱਖਣਾ, ਮਨਨ ਬੁੱਧੀ ਦੁਆਰਾ ਨਾ ਹੋ ਜਾਏ। ਜ਼ਿਆਦਾਤਰ ਕੀ ਹੋ ਜਾਂਦਾ, ਅਸੀਂ ਆਪਣੀ ਬੁੱਧੀ ਦੇ ਵਿੱਚ ਚਲੇ ਜਾਂਦੇ, ਉਹ ਵੀ ਕੀ ਸਾਡੇ ਲਈ ਬਣ ਜਾਂਦਾ ਨੁਕਸਾਨ ਦਾ ਕਾਰਨ। ਜਦੋਂ ਤੁਹਾਡਾ ਮਨਨ ਵੀ ਹੋਣਾ ਤੇ ਵਚਨ 'ਚੋਂ ਕਈ ਵਚਨ ਲੈ ਕੇ ਆਉਣੇ ਤੁਸੀਂ ਉਸ ਗੱਲ ਦੇ ਲਈ। ਜੇ ਤੁਹਾਨੂੰ ਕੋਈ ਵਚਨ ਮਿਲਿਆ, ਕੋਈ ਪ੍ਰਕਾਸ਼ਨ ਮਿਲਦਾ, ਉਹਦੇ ਨਾਲ ਕਈ ਵਚਨ ਰੱਖਣੇ ਆ ਤੁਸੀਂ। ਆਹ ਵਚਨ ਮਿਲਦਾ ਜੀ ਨਾਲ, ਆਹ ਵਚਨ ਆਹ ਕਹਿ ਰਿਹਾ, ਵਚਨ ਆਹ ਕਹਿ ਰਿਹਾ। ਹਾਲੇਲੂਇਆ। ਮਤਲਬ ਖੁਦ ਦੇ ਜੋ ਵਚਨ ਪ੍ਰਭੂ ਦੇ ਦਾਸਾਂ ਕੋਲੋਂ ਮਿਲ ਗਿਆ, ਉਹਦੇ 'ਤੇ ਤਾੜੀ ਮਾਰ ਕੇ ਖੁਸ਼ ਹੋਣ ਦੀ ਲੋੜ ਨਹੀਂ ਆ। ਤੁਹਾਡਾ ਨਿੱਜੀ ਕੀ ਹੋਣਾ, ਭਲਾ ਇੱਕ ਅਨੁਭਵ ਹੋਣਾ, ਇੱਕ ਤੁਹਾਡਾ ਨਿੱਜੀ ਇੱਕ ਪਰਸਨਲ ਪਰਮੇਸ਼ਰ ਨਾਲ ਕੀ ਹੈ, ਇੱਕ ਰਿਸ਼ਤਾ ਹੋਣਾ। ਦੂਸਰਿਆਂ ਦੇ ਅਨੁਭਵ ਸੁਣ ਕੇ ਖੁਸ਼ ਹੋਣ ਦੀ ਕੀ ਨਹੀਂ ਹੈ, ਸਾਨੂੰ ਲੋੜ ਨਹੀਂ ਹੈ। ਕੱਲ੍ਹ ਨੂੰ ਪਰਮੇਸ਼ਰ ਪੁੱਛੂਗਾ, ਹਾਂ ਵੀ ਤੁਹਾਡਾ ਨਿੱਜੀ ਰਿਸ਼ਤਾ ਕੀ ਹੈ ਮੇਰੇ ਨਾਲ, ਅਤੇ ਤੁਸੀਂ ਹੱਸੋਗੇ ਸਾਹਮਣੇ, ਕਿਉਂਕਿ ਨਿੱਜੀ ਦਾ ਕੋਈ ਵੀ ਕੀ ਨਹੀਂ ਹੈ ਸਾਡਾ। ਤੁਹਾਡਾ ਪਰਸਨਲ ਰਿਲੇਸ਼ਨ ਕੀ ਹੈ, ਤੁਹਾਡਾ ਨਿੱਜੀ ਅਨੁਭਵ ਕੀ ਪਰਮੇਸ਼ਰ ਦੇ ਨਾਲ। ਮੈਂ ਇਹ ਪੁੱਛ ਲਵਾਂ ਅਤੇ ਦੱਸਣਾ ਕੀ ਹੋ ਜਾਣਾ, ਤੁਹਾਨੂੰ ਬੜਾ ਔਖਾ ਹੋ ਜਾਣਾ। ਜਦੋਂ ਤੱਕ ਤੁਹਾਡਾ ਨਿੱਜੀ ਅਨੁਭਵ ਨਹੀਂ ਹੈ ਪਰਮੇਸ਼ਰ ਨਾਲ ਚੱਲਣ ਦਾ, ਤੁਹਾਡਾ ਨਿੱਜੀ ਕੋਈ ਉਹਦੇ ਨਾਲ ਰਿਸ਼ਤਾ ਮਜ਼ਬੂਤ ਨਹੀਂ, ਕੋਈ ਵਿਸ਼ਵਾਸ ਨਹੀਂ ਹੈ, ਕੋਈ ਐਸਾ ਕੰਮ ਹੀ ਨਹੀਂ ਜੀਵਨ 'ਚ ਜਿਹੜਾ ਤੁਹਾਡਾ ਵਿਸ਼ਵਾਸ ਮਜ਼ਬੂਤ ਕੀਤਾ ਹੋਵੇ, ਤਾਂ ਚੱਲੋਗੇ। ਹੁਣ ਇੱਧਰ ਵੀ ਕੀ ਗਲਤੀ ਹੋਈ, ਜੋ ਪਤਾ ਹੀ ਮਾਂ ਨੂੰ ਉਹਨੇ ਕੀ ਆ ਉਹੀ ਸਿਖਾਇਆ ਕੀ ਭਲਾ, ਮੂਰਤੀ ਪੂਜਾ। ਅਤੇ ਜੋ ਆ ਗਿਆ ਇਹਦੇ 'ਤੇ ਕੀ ਨਹੀਂ ਰਹਿ ਜਾਣਾ, ਭਲਾ ਡਿਪੈਂਡ ਨਹੀਂ ਹੋਣਾ, ਇਹਦੇ 'ਤੇ ਹੋਰ ਮਨਨ ਕਰਨਾ ਅਸੀਂ, ਹੋਰ ਇਹਦੇ ਤੋਂ ਕੀ ਕਰਨਾ ਅਸੀਂ ਸਿੱਖਣਾ। ਪ੍ਰਭੂ ਦੇ ਦਾਸਾਂ ਨੇ ਤਾਂ ਸਾਨੂੰ ਹਿੰਟ ਦਿੱਤੇ, ਹੁਣ ਅੱਗੇ ਹੋਰ ਕੀ ਕਰਨਾ ਆਪਾਂ ਉਹਨਾਂ ਵਿੱਚੋਂ ਕੱਢਣਾ। ਯਾਦ ਰੱਖਣਾ, ਇਹ ਵਚਨ ਦਾ ਕੋਈ ਕਿਨਾਰਾ ਨਹੀਂ ਹੈ, ਇਹ ਸਮੁੰਦਰ ਆ, ਅਤੇ ਸਮੁੰਦਰ ਦੀ ਗਹਿਰਾਈ ਨਾਪ ਸਕਦੇ ਜੀ ਅਸੀਂ? ਸਮੁੰਦਰ, ਆਹ ਸਮੁੰਦਰਾਂ 'ਚ ਪ੍ਰਭੂ ਦੇ ਦਾਸਾਂ ਨੇ ਕੁਛ ਬੂੰਦਾਂ, ਤੁਹਾਨੂੰ ਕੁਛ ਬੂੰਦ ਕੱਢ ਕੇ ਦਿੱਤੀ ਹੈ। ਅਤੇ ਹੁਣ ਅਗਲਾ ਕੰਮ ਕਿਹਦਾ ਭਲਾ? ਤੁਹਾਡਾ ਕੰਮ। ਜੋ ਮਿਲ ਗਿਆ ਉੱਤੇ ਡਿਪੈਂਡ ਨਹੀਂ ਹੋਣਾ, ਖੁਦ ਦਾ ਨਿੱਜੀ ਪ੍ਰਕਾਸ਼ਨ। ਤੁਹਾਨੂੰ ਉਸ ਗੱਲ ਦੇ ਵਿੱਚੋਂ ਤੁਹਾਨੂੰ ਕੀ ਮਿਲਿਆ, ਉਸ ਗੱਲ ਨਾਲ ਤੁਹਾਨੂੰ ਦਲੇਰੀ ਕੀ ਆਈ, ਤੁਹਾਡਾ ਪਰਸਨਲ ਰਿਲੇਸ਼ਨ ਰਿਸ਼ਤਾ ਕੀ ਆ, ਅਨੁਭਵ ਕੀ ਆ, ਇਹ ਆ ਮਹੱਤਵ। ਅੱਜ ਤੁਹਾਡਾ ਪਰਸਨਲ ਅਨੁਭਵ ਨਾ ਹੋਣ ਦੇ ਕਾਰਨ ਕੀ ਹੋ ਰਹੇ ਭਲਾ, ਆਪਾਂ ਨਾਸ਼ ਹੋ ਰਹੇ। ਦਲੇਰੀ ਕਿਉਂ ਨਹੀਂ ਹੈ ਜੀਵਨ 'ਚ? ਹਾਂਜੀ, ਤੁਹਾਡੇ ਜੀਵਨ 'ਚ ਦਲੇਰੀ ਕਿਉਂ ਨਹੀਂ ਹੈ ਸਾਡੇ ਅੱਜ? ਕਿਉਂਕਿ ਖੁਦ ਦਾ ਪਰਸਨਲ ਕੀ ਨਹੀਂ ਹੈ ਸਾਡਾ ਰਿਲੇਸ਼ਨ ਹੀ ਨਹੀਂ ਹੈ, ਸਾਡਾ ਪਰਸਨਲ ਖੁਦ ਦਾ ਅਨੁਭਵ ਹੀ ਨਹੀਂ ਹੈ। ਸਾਨੂੰ ਮਾਣ ਆ ਸਿਰਫ ਆਪਣੇ ਉੱਪਰ ਕਿ ਮੈਂ ਕਰ ਸਕਦਾ, ਮੈਂ ਉਹ ਕਰ ਲੂੰ, ਮੈਂ ਉਹ ਕਰ ਲੂੰ। ਅਤੇ ਜਿਹਨੂੰ ਆਪਣੇ ਉੱਤੇ ਮਾਣ ਨਾ, ਪਰਮੇਸ਼ਰ ਉਹਨੂੰ ਕੀ ਕਰ ਦਿੰਦਾ, ਫਿਰ ਉਹਦਾ ਭਰੋਸਾ ਤੋੜ ਦਿੰਦਾ। ਫਿਰ ਜਿਹਨੂੰ ਕਿਤੇ ਭਲਾ ਮਾਣ ਆਪਣੇ ਉੱਤੇ, ਮੈਂ ਆਪਣੇ ਉੱਤੇ ਕੀ ਨਹੀਂ ਕਰ ਸਕਦਾ, ਕਦੀ ਮਾਣ ਨਹੀਂ ਕਰ ਸਕਦਾ। ਜੇ ਮਾਣ ਕਰਨਾ ਹੈ ਅਤੇ ਘਮੰਡ ਕਰਨਾ, ਅਤੇ ਕਿਤੇ ਕਰਨਾ ਭਲਾ ਯਹੋਵਾ ਪਰਮੇਸ਼ਰ ਦੇ ਉੱਤੇ। ਹਾਲੇਲੂਇਆ। ਇਸ ਲਈ ਨਿੱਜੀ ਅਨੁਭਵ ਤੁਹਾਡਾ ਹੋਣਾ, ਤੁਹਾਡਾ ਪਰਸਨਲ ਰਿਸ਼ਤਾ ਕੀ ਹੈ ਪ੍ਰਭੂ ਦੇ ਨਾਲ। ਆਈਏ ਆਪਣੀਆਂ ਅੱਖਾਂ ਨੂੰ ਬੰਦ ਕਰਦੇ, ਸਿਰਾਂ ਨੂੰ ਝੁਕਾਉਂਦੇ, ਪ੍ਰਾਰਥਨਾ ਕਰਦੇ। ਸਵਰਗੀ ਪਿਤਾ, ਤੇਰਾ ਧੰਨਵਾਦ ਕਰਦਾ ਖੁਦਾਵੰਦ ਅੱਜ ਦੇ ਸੱਚੇ ਸਮੇਂ ਦੇ ਵਾਸਤੇ। ਪ੍ਰਭੂ, ਇਸ ਗਰਮੀ ਦੇ ਮੌਸਮ ਦੇ ਵਿੱਚ ਵੀ ਖੁਦਾ ਬਾਪ ਤੁਸੀਂ ਸਾਨੂੰ ਇੱਧਰ ਬੈਠ ਕੇ ਆਰਾਧਨਾ ਕਰਨ ਦਾ ਮੌਕਾ ਦਿੱਤਾ, ਤੇਰੇ ਵਚਨ ਨੂੰ ਸਿੱਖਣ ਦਾ ਮੌਕਾ ਦਿੱਤਾ। ਤੇਰਾ ਧੰਨਵਾਦ ਪ੍ਰਭੂ, ਇਹਨਾਂ ਵਚਨਾਂ ਨੂੰ ਸੁਣਨ ਵਾਲੇ ਹੀ ਨਹੀਂ ਬਲਕਿ ਤੇਰੇ ਵਚਨਾਂ ਦੇ ਅਨੁਸਾਰ ਹੋਣ ਦੇ ਲਈ ਤੂੰ ਸਾਨੂੰ ਬਲ ਦੇ, ਤੇਰੇ ਵਚਨਾਂ ਦੇ ਅਨੁਸਾਰ ਚੱਲਣ ਵਾਲੇ ਤੂੰ ਬਣਾ ਪਿਤਾ। ਤੇਰਾ ਧੰਨਵਾਦ ਹੋ, ਤੁਹਾਡੀ ਮਹਿਮਾ, ਤੁਹਾਡਾ ਜਲਾਲ ਜ਼ਾਹਰ ਹੋ।
ਯੀਸ਼ੂ ਮਸੀਹ ਦੇ ਨਾਮ ਦੇ ਵਿੱਚ ਮੰਗਦੇ ਹਾਂ, ਆਮੀਨ।